स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਦੀ ਹਰ ਸੜਕ ਤੇ ਤੁਹਾਨੂੰ ਅੱਜਕੱਲ ਮੁਲਾਜ਼ਮ ਨਜ਼ਰ ਆਣਗੇ, ਮੁਲਾਜ਼ਮਾਂ ਤੋਂ ਵੀ ਵੱਧ ਨਜ਼ਰ ਆਣਗੇ ਅਧਿਆਪਕ ਜਿਨ੍ਹਾਂ ਦੇ ਹੱਥ ਹੁੰਦੀ ਹੈ ਬੱਚਿਆਂ ਦੇ ਭਵਿੱਖ ਦੀ ਕੁੰਜੀ। ਪਰ ਬੱਚਿਆਂ ਦੇ ਭਵਿੱਖ ਦੀ ਕੁੰਜੀ ਜਦੋਂ ਖੁਦ ਸੜਕਾਂ ਤੇ ਰੁਲਦੀ ਹੋਏਗੀ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੀ ਆਉਣ ਵਾਲੀ ਪਨੀਰੀ ਜਾਂ ਆਉਣ ਵਾਲਾ ਭਵਿੱਖ किस तरह का होगा। आखिरकार इन्नी सरकार नाल बेतबारी क्यों है? सरकार वार वार जो कहती है कि मसले सुलझावांगे, तुहाडी गलबात सुनांगे, उसके बावजूद इन्हां मुलाजमां दी, इन्हां अध्यापकां दी बेतबारी क्यों है सरकार के खिलाफ? इसे तो विचार चर्चा लैके हाजिर होए हैं। सब तो पहले जान पछाण करा दीए, तीन वक्-वक् धिरां ने जिहड़ियां अजकल सड़कां ते नज़र आ रही ने। सब तो पहले जगजीत सिंह जी जिला प्रधान ने कंप्यूटर अध्यापक यूनियन के, दूजे पासे गुरदीप कौर जी ने प्रधान ने आंगनवाड़ी यूनियन पंजाब के, और प्रवीण शर्मा जी जिला प्रधान ने मिड डे मील स्कीम के। बहुत बहुत स्वागत है तिन्ने मेहमानों का। और दो दिनों के पिछले 2 दिनों के जो पंजाब वासियों ने देखा वो शायद पहला कदे नहीं देखा होगा। लुधियाना के जिहड़ी जबरदस्त रैली इन्होंने की है और उस तो बाद धरना प्रदर्शन कंप्यूटर अध्यापकों ने किया, उसने सरकार को हिला के रख दिता। एडा वड्डा जाम लगाया गया और उस तो बाद हुण जिहड़ी ताज़ा खबर ये आई है कुछ अध्यापकों के खिलाफ परचे भी दर्ज किए गए हैं। लगभग 8000 अध्यापकों के खिलाफ परचे दर्ज किए गए हैं और हुण कार्रवाई पुलिस कहती है कि असीं करांगे। उस तो इलावा आंगनवाड़ी वर्करां नूं वार वार भरोसा भी दवाया गया, बजट दे विच एलोकेशन की जाएगी तुहाडे लई, ये भरोसा दिता गया सी। इन्हां दी एक रैली सी, इन्हां दा धरना प्रदर्शन सी, उसनूं खत्म किया गया, पर उसके बावजूद कुछ नहीं होया, वो भी सड़कां ते ने। दूजे पासे मिड डे मील स्कीम लगा लो, तनखाहां नूं लैके और बच्चों की खुराक नूं लैके हाले तक मसला सुलझा नहीं। सब तो पहला जगजीत सिंह, इन्नी की जरूरत पै गई सी कि लुधियाना दे विच एडा इकट्ठ किया, तुसीं लोकां नूं तकलीफ दित्ती, लोग धक्के खांदे होए असीं देखे ने, तुसीं अजिहा क्यों कीता? तुसीं अध्यापक हो, तुसीं कहने हो कि असीं चानण मुना रहे हां, बच्चों नूं सही राह ते पाने आ, ते तुसीं आप ही गलत राह ते पै गए। ਇਹਦੇ ਵਿੱਚ ਸਰਕਾਰੇ ਨਹੀਂ ਤੇਰੇ ਕੰਮ ਨਿਕੰਮੇ ਫਿਰ ਕਹਿਣਗੇ ਖੜਕੂ ਜੰਮੇ। ਇਹ ਸਾਰਾ ਕੰਮ ਸਰਕਾਰਾਂ ਕਰਾਉਂਦੀਆਂ ਨੇ। ਕੱਲ ਸਾਂਝੇ ਮੋਰਚੇ ਵੱਲੋਂ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਸੀ, ਜਿਸ ਦੇ ਵਿੱਚ ਪੰਜਾਬ ਦੇ ਸਾਰੇ ਅਧਿਆਪਕ ਵਰਗ ਇਕੱਠਾ ਹੋ ਕੇ ਇੱਕ ਸਾਂਝੇ ਮੋਰਚੇ ਦੇ ਹੇਠ ਲੁਧਿਆਣੇ ਜਿਹੜਾ ਇਕੱਠ ਕੀਤਾ ਗਿਆ, ਉਸ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਸ ਨੇ ਸਰਕਾਰ ਦੇ ਪੈਰ ਕੱਢ ਦਿੱਤੇ। ਤੇ ਇਸ ਦੀ ਜ਼ਰੂਰਤ ਸਰਕਾਰ ਦੀਆਂ ਨਕੰਮੀਆਂ ਪਾਲਿਸੀਆਂ ਦੇ ਕਾਰਨ, ਸਰਕਾਰ ਦੇ ਨਕੰਮੇ ਕੰਮਾਂ ਦੇ ਕਾਰਨ ਇਸ ਦੀ ਜ਼ਰੂਰਤ ਪਈ ਹੈ, ਜਿਸ ਦੇ ਤਹਿਤ ਪੰਜਾਬ ਦੇ ਹਰ ਇੱਕ ਵਰਗ, ਮੈਂ ਕਹਿੰਦਾ ਵੀ ਪੰਜਾਬ ਦੇ ਵਿੱਚੋਂ ਹਰ ਇੱਕ ਜ਼ਿਲ੍ਹੇ ਵਿੱਚੋਂ ਐਡੀ ਵੱਡੀ ਤਾਦਾਦ ਦੇ ਵਿੱਚ ਅਧਿਆਪਕਾਂ ਦਾ ਲੁਧਿਆਣੇ ਪਹੁੰਚਣਾ ਇਹ ਸਾਫ਼ ਦਰਸਾਉਂਦਾ ਕਿ ਅਧਿਆਪਕ ਵਰਗ ਹੈ ਜਿਹੜਾ ਉਹਨੂੰ ਸਰਕਾਰ ਨੇ ਜਿਹੜਾ ਛੇੜ ਕੇ ਦੇਖਿਆ ਹੈ ਉਹਦਾ ਮੂੰਹ ਤੋੜ ਜਵਾਬ ਹੈ। ਪਰ ਜਗਜੀਤ ਸਿੰਘ ਜੀ, ਗੱਲਬਾਤ ਹੁੰਦੀ ਹੈ ਜਦੋਂ ਵੀ ਕੋਈ ਮੰਗਾਂ ਹੁੰਦੀਆਂ ਨੇ, ਤੁਸੀਂ ਆਪਣਾ ਮੈਮੋਰੈਂਡਮ ਦਿਓ ਡਿਪਟੀ ਕਮਿਸ਼ਨਰ ਨੂੰ ਜਾਂ ਜਿਹੜੇ ਸੰਬੰਧਿਤ ਮਹਿਕਮੇ ਵਾਲੇ ਨੇ ਉਹਨਾਂ ਨੂੰ ਦਿਓ, ਸਿੱਖਿਆ ਮੰਤਰੀ ਨੂੰ ਦਿਓ, ਪਰ ਇਹ ਕੀ ਤਰੀਕਾ ਹੈ ਕਿ ਤੁਸੀਂ ਲੋਕਾਂ ਨੂੰ ਤਕਲੀਫ ਦਿਓ? ਤੁਸੀਂ ਰੈਲੀ ਕੀਤੀ, ਤੁਸੀਂ ਰੈਲੀ ਕਰੋ, ਪਰ ਤੁਸੀਂ ਸੜਕਾਂ ਜਦੋਂ ਮਿਲਦੇ ਹੋ ਔਰ ਤੁਸੀਂ ਦੇਖੋ ਕਿੱਡਾ ਜਾਮ ਲਗਾਇਆ, ਕਿੰਨੇ ਲੋਕ ਖੱਜਲ ਖਵਾਰ ਹੋਏ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਪੂਰੀ ਤੌਰ ਤੇ ਸਰਕਾਰ ਜ਼ਿੰਮੇਵਾਰ ਹੈ। 1 ਘੰਟੇ ਤੋਂ ਗੁਰਵਿੰਦਰ ਸਿੰਘ ਸਸਕੋਰ ਸਾਡਾ ਸਟੇਜ ਸਕੱਤਰ ਸਟੇਜ ਤੋਂ ਕਹਿ ਰਿਹਾ ਸੀ ਵੀ ਆ ਜਾਓ, ਮੰਗ ਸਾਨੂੰ ਟਾਈਮ ਦਵਾ ਦਿਓ ਸੀਐਮ ਤੋਂ। ਇਸ ਤੋਂ ਬਾਅਦ ਦੀ ਪ੍ਰੋਪਰ ਜ਼ਿੰਮੇਵਾਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ ਹੋਊਗੀ, ਮਾਨਯੋਗ ਡੀਸੀ ਸਾਹਿਬ ਦੀ ਹੋਊਗੀ ਲੁਧਿਆਣੇ ਦੀ। ਤੇ ਡੀਸੀ ਸਾਹਿਬ ਨੇ ਇਸ ਨੂੰ ਬਿਲਕੁਲ ਲਾਈਟਲੀ ਲਿਆ, ਜੋ ਕਿ ਐਡੇ ਇਕੱਠ ਨੂੰ ਦੇਖ ਕੇ ਵੀ ਸਮਝ ਨਾ ਸਕੇ। ਇਹ ਸਾਰੀ ਜਿਹੜੀ ਜਾਮ ਅਸੀਂ ਕਿਸੇ ਨੂੰ ਕਰਨਾ ਨਹੀਂ ਚਾਹੁੰਦੇ, ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਅਸੀਂ ਆਪਣੇ ਆਪ ਸਾਡੀਆਂ ਆਪਣਾ ਫੀਮੇਲ ਮੈਂਬਰ ਛੋਟੇ ਛੋਟੇ ਬੱਚਿਆਂ ਨੂੰ ਗੋਦੀਆਂ 'ਚ ਲੈ ਕੇ ਉਸ ਮੇਨ ਰੋਡ ਦੇ ਧਰਨੇ ਦੇ ਵਿੱਚ ਬੈਠੀਆਂ ਸੀ, ਜਿਹਦੀ ਪੂਰੀ ਜ਼ਿੰਮੇਵਾਰੀ ਆ ਜਿਹੜੀ ਉਹ ਸਰਕਾਰ ਦੀ ਹੈ। ਸਰਕਾਰ ਦੇ ਕਾਰਨ ਸਾਨੂੰ ਉੱਥੇ ਇਹ ਬੈਠਣਾ ਪਿਆ। ਔਰ ਮਾਨਯੋਗ ਡੀਸੀ ਸਾਹਿਬ ਨੇ ਜਿਹੜੀ ਆ ਨਕੰਮਾਪਣਾ ਦਿਖਾਇਆ ਹੈ ਕੱਲ, ਇਹੀ ਉੱਥੇ ਬਹੁਤ ਸੋਹਣੇ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਟਾਈਮ ਦੇ ਦਿੰਦੇ ਤਾਂ ਕੋਈ ਸ਼ੌਂਕ ਨਹੀਂ ਸੀ ਵੀ ਅਸੀਂ ਆਪਣੇ ਸਾਥੀਆਂ ਦੀਆਂ ਪੱਗਾਂ ਲਹਾਉਂਦੇ, ਅਸੀਂ ਆਪਣੀਆਂ ਭੈਣਾਂ ਨੂੰ ਕਟਾਉਂਦੇ ਔਰ ਅਸੀਂ ਆਪ ਛਿੱਤਰ ਖਾਂਦੇ। ਸਰਕਾਰ ਜਿੱਥੇ ਤੱਕ ਸਰਕਾਰ ਦਾ ਕੰਮ ਹੋਇਆ, ਹੁਣ ਸੈਸ਼ਨ ਚੱਲ ਰਿਹਾ, ਕਿਸੇ ਨੇ ਕੋਈ ਗੱਲ ਕਰੀ ਆ? 0 ਕਾਲ ਦੇ ਵਿੱਚ ਖਹਿਰਾ ਸਾਹਿਬ ਕਹਿੰਦੇ ਓਪੋਜੀਸ਼ਨ ਨੇ ਗੱਲ ਕਰੀ ਆ, ਕੋਈ ਪੱਖ ਰੱਖੇ ਅਕਾਲੀ ਦਲ ਨਹੀਂ ਬੋਲਿਆ। ਉਸ ਤੋਂ ਬਾਅਦ ਦੇ ਵਿੱਚ ਹੁਣ ਤੁਹਾਡੇ ਤੇ ਪਰਚੇ ਕੀਤੇ ਗਏ ਨੇ। ਹੁਣ ਇਹ 7 ਜਿਹੜੇ ਇਹ ਪਰਚੇ ਕਰਨ ਦੀਆਂ ਗੱਲਾਂ ਕਰਦੇ ਨੇ, ਪਹਿਲਾਂ ਸਭ ਤੋਂ ਪਹਿਲਾਂ ਤਾਂ ਪਰਚਾ ਕੈਪਟਨ ਸਾਹਿਬ ਤੇ ਦਰਜ ਹੋਣਾ ਚਾਹੀਦਾ ਹੈ, ਜਿਨ੍ਹਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚ ਗਈ ਸੀ ਵੀ ਇੰਨਾ ਅਧਿਆਪਕ ਉੱਥੇ ਬੈਠਾ ਹੈ ਔਰ ਇਹ ਚੈਲੰਜ ਕਰ ਰਿਹਾ ਹੈ, ਅਗਰ ਸਾਨੂੰ ਟਾਈਮ ਨਾ ਦਿੱਤਾ ਗਿਆ ਤਾਂ ਅਸੀਂ ਸੜਕਾਂ ਤੇ ਆਵਾਂਗੇ। ਜੇ ਇਹ ਕਹਿੰਦੇ ਸਾਤੇ ਪਰਮਿਸ਼ਨ ਨਹੀਂ ਲਈ, ਅਸੀਂ ਤਾਂ ਮੀਡੀਆ ਦੇ ਥਰੂ ਪ੍ਰੋਪਰ ਹੈ ਚੈਨਲ ਪਰ ਪਰਮਿਸ਼ਨ ਲੈ ਰਹੇ ਤੇ ਵੀ ਭਾਈ ਇਸ ਤੋਂ ਬਾਅਦ ਆਹ ਹੋਣ ਜਾ ਰਿਹਾ ਹੈ, ਇਹਨੂੰ ਬਚਾ ਲਓ। ਬਚਾ ਸਕਦੇ ਸੀ ਕੈਪਟਨ ਸਾਹਿਬ।
ਚਲੋ ਮੈਂ ਅੱਗੇ ਤੁਹਾਡੀਆਂ ਮੰਗਾਂ ਕੀ ਨੇ ਉਸ ਤੇ ਆਪਾਂ ਬਾਅਦ ਚ ਆਉਂਦੇ ਹਾਂ। ਪਹਿਲੇ ਜਿਹੜੇ 2 ਦਿਨਾਂ ਦੇ ਵਿੱਚ ਭਾਣੇ ਵਾਪਰੇ ਨੇ ਉਸੇ ਤੇ ਚਰਚਾ ਕਰਦੇ ਹਾਂ। ਗੁਰਦੀਪ ਕੌਰ ਜੀ, ਕੱਲ ਕੰਪਿਊਟਰ ਅਧਿਆਪਕਾਂ ਨੇ ਸੜਕਾਂ ਮਲੀਆਂ, ਅੱਜ ਤੁਸੀਂ ਸੜਕਾਂ ਮਲੀਆਂ, ਔਰ ਅੱਜ ਪੂਰੀ ਤਰ੍ਹਾਂ ਤੁਸੀਂ ਪੰਬਲ ਭੂਸੇ ਚ ਪਾਈ ਰੱਖਿਆ ਸਾਰਿਆਂ ਨੂੰ ਕਿ ਤੁਸੀਂ ਧਰਨਾ ਪ੍ਰਦਰਸ਼ਨ ਕਿੱਥੇ ਦੇ ਰਹੇ ਹੋ, ਵਿਧਾਨ ਸਭਾ ਘੇਰ ਰਹੇ ਹੋ, ਡੀਸੀ ਦਫ਼ਤਰ ਘੇਰ ਰਹੇ ਹੋ, ਅਜਿਹੀ ਨੌਬਤ ਕਿਉਂ ਆਈ? ਸਰ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਜਿਹੜੀ ਸਾਡੀ ਸਕੀਮ ਹੈ 2 ਅਕਤੂਬਰ 1975 ਤੋਂ ਚੱਲੀ ਹੈ, ਪਰ ਜਿਹੜੀਆਂ ਸਾਡੀ ਪਹਿਲਾਂ ਆਂਗਨਵਾੜੀ ਵਰਕਰਾਂ ਰੱਖੀਆਂ ਗਈਆਂ ਉਹ ਸਿਰਫ 100 ਤੇ 75 ਰੁਪਏ ਵਿੱਚ ਕੰਮ ਕਰਦੀਆਂ ਸੀ। ਇਹ ਸਰਕਾਰ ਇੰਨੀ ਨਿਕੰਮੀ ਹੈ, ਆਪਣੇ ਮਾਨ ਭੱਤੇ ਆਏ ਮਹੀਨੇ ਆਏ ਸਾਲ ਵਧਾ ਦਿੰਦੀ ਹੈ, ਆਏ ਸੈਸ਼ਨ ਵਿੱਚ ਵਧਾ ਦਿੰਦੀ ਹੈ, ਪਰ ਸਾਨੂੰ 20 ਮਾਰਚ ਨੂੰ ਐਡਾ ਬੜਾ ਵਿਸ਼ਵਾਸ ਦਵਾ ਕੇ ਮਤਲਬ ਸੀਐਮ ਸਾਹਿਬ ਦੇ ਆਪਣੇ OSD ਗੁਰਦੀਪ ਸਿੰਘ ਜੀ ਉਹ ਆਏ ਸੀ ਧਰਨੇ ਪਰ ਰੈਲੀ ਦੇ ਵਿੱਚ ਆ ਕੇ ਸਾਡਾ ਮੰਗ ਪੱਤਰ ਲੈ ਕੇ ਗਏ ਹੈ। ਸਾਨੂੰ ਨਾਲ ਹੀ 5 ਜਣਿਆਂ ਨੂੰ ਲੈ ਕੇ ਗਏ ਹੈ, ਸੁਰੇਸ਼ ਕੁਮਾਰ ਆਪਣੇ ਪ੍ਰਿੰਸੀਪਲ ਸੈਕਟਰੀ ਹੈ ਸੀਐਮ ਸਾਹਿਬ ਦੇ, ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾ ਕੇ ਤੋਰਿਆ ਸੀ ਕਿ ਜਿਹੜੇ ਤੁਹਾਡੇ 100 ਕਰੋੜ ਦੇ ਪਿਛਲੇ 6 ਮਹੀਨੇ ਤੋਂ ਪੈਂਡਿੰਗ ਹੈ ਬਿੱਲ, ਨਾ ਤਾਂ ਆਂਗਨਵਾੜੀ ਵਰਕਰਾਂ ਨੂੰ 2500 ਰੁਪਇਆ ਪੰਜਾਬ ਦੀ ਸਰਕਾਰ ਦਿੰਦੀ ਹੈ, 3000 ਰੁਪਇਆ ਦਿੰਦੀ ਹੈ ਸੈਂਟਰ, 3000 ਰੁਪਇਆ 63 ਰੁਪਇਆ 3063 ਤੇ ਅਸੀਂ ਆਂਗਨਵਾੜੀ ਵਰਕਰਾਂ ਜਿਹੜੀ ਹੈਲਪਰਾਂ ਜਿਹਦੇ ਵਿੱਚ ਵਿਡੋ ਹੈਂਡੀਕੈਪਟ ਤੇ ਬਹੁਤ ਬਜ਼ੁਰਗ ਔਰਤਾਂ ਹੈ ਜਿਨ੍ਹਾਂ ਨੂੰ ਕਿ 3000 ਤੇ 6 ਮਹੀਨੇ ਹੋ ਗਏ ਗੁਜ਼ਾਰਾ ਕਰਨਾ ਪੈ ਰਿਹਾ। ਕਿਸੇ ਦਾ ਕੋਈ ਸ਼ੌਂਕ ਨਹੀਂ ਹੈ, ਸਿਰਫ ਮਜਬੂਰੀ ਹੈ ਕਿ ਇਹਨਾਂ ਸੁੱਤੀ ਪਈਆਂ ਸਰਕਾਰਾਂ ਨੂੰ ਅਸੀਂ ਜਗਾਈਏ ਤੇ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰਕੇ ਹੀ ਕੁਝ ਲੈ ਸਕਦੇ ਹਾਂ, ਕਿਉਂਕਿ ਸਰਕਾਰ ਵਿੱਚ ਆਣੇ ਤੋਂ ਪਹਿਲਾਂ ਸਰਕਾਰ ਨੇ ਤੁਹਾਨੂੰ ਭਰੋਸਾ ਦਿੱਤਾ ਸੀ ਨਾ ਕਿ ਤੁਹਾਡੀਆਂ ਮੰਗਾਂ ਹੱਲ ਹੋਣਗੀਆਂ। ਫਿਰ ਸਾਨੂੰ ਜਿਹੜਾ ਸਰਕਾਰ ਨੇ ਭਰੋਸਾ ਦਿੱਤਾ ਸੀ, ਸੁਰੇਸ਼ ਕੁਮਾਰ ਜੀ ਨੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈ ਬੁਲਾ ਕੇ ਸਾਨੂੰ ਸੀਐਮ ਹਾਊਸ ਕਿ ਤੁਹਾਡਾ ਮੰਨ ਲਓ ਕਿ ਅਸੀਂ ਤੁਹਾਨੂੰ 15 ਅਪ੍ਰੈਲ ਨੂੰ ਦੁਬਾਰਾ ਫਿਰ ਬੁਲਾਵਾਂਗੇ। ਜਿਹੜਾ ਹਰਿਆਣੇ ਵਿੱਚ 11,429 ਰੁਪਏ ਹੁਣੇ ਨਾਲ ਲੱਗਦਾ ਸੂਬਾ ਹੈ, ਉਹਨਾਂ ਨੇ ਹੁਣੇ ਤਨਖਾਹ ਆਂਗਨਵਾੜੀ ਵਰਕਰਾਂ ਦੀ ਤੇ 5819 ਰੁਪਏ ਹੈਲਪਰਾਂ ਦੀ ਕੀਤੀ ਹੈ, ਤੇ ਮੰਨ ਲਓ ਕਿ ਕੋਈ ਉਹਨਾਂ ਦੇ ਬਜਟ ਵਿੱਚ ਕਟੌਤੀ ਨਹੀਂ, ਤੇ ਨਾਲ TADA ਕੀਤਾ ਵੀ ਆਏ ਸਾਲ ਅਸੀਂ TADA ਤੁਹਾਡਾ ਵਧਾਵਾਂਗੇ। ਪਰ ਸਾਡੇ ਨਾਲ ਲੱਗਦਾ ਸੂਬਾ ਹੈ ਜਿਹੜਾ ਕਿ 5 ਦਰਿਆਵਾਂ ਦੀ ਧਰਤੀ ਸਭ ਤੋਂ ਅਮੀਰ ਸੂਬਾ ਹੈ, ਪਰ ਹੁਣ ਇਹ ਬਿਲਕੁਲ ਕੰਗਾਲੀ ਵੱਲ ਜਾ ਰਿਹਾ ਹੈ, ਤੇ ਇਸ ਕਰਕੇ ਸਾਰੇ ਸਰਕਾਰ ਨੇ ਤੁਹਾਨੂੰ ਕੀ ਭਰੋਸਾ ਦਵਾਇਆ? ਸਾਨੂੰ ਤਾਂ ਸੀਐਮ ਸਾਹਿਬ ਨੇ 6 ਵਾਰੀ ਮੀਟਿੰਗ ਦਾ ਟਾਈਮ ਦੇ ਚੁੱਕੀ ਹੈ ਜੀ। ਮਿਲੇ ਤੁਹਾਨੂੰ ਹਾਲ ਤੱਕ ਨਹੀਂ? ਕਿ ਬਿਲਕੁਲ ਵੀ ਨਹੀਂ ਮਿਲੇ, ਆਮ ਜਨਤਾ ਨੂੰ ਕਿਸੇ ਨੂੰ ਵੀ ਨਹੀਂ ਮਿਲਦੇ। ਮੈਂ ਹੁਣ ਆਪਣੇ ਸਵਾਨ ਕਹਿ ਰਹੇ ਹੈ, ਮੈਂ ਇਹਨਾਂ ਨੂੰ ਕਹਿੰਨੀ ਹੈ ਵੀ ਜੇ 2 ਤਰੀਕ ਨੂੰ ਤੁਹਾਨੂੰ ਸੀਐਮ ਸਾਹਿਬ ਮਿਲ ਗਏ ਤਾਂ ਅਸੀਂ ਵੀ ਆਪਣਾ ਨਾਮ ਬਟਾ ਦੂੰਗੇ, ਕਿਉਂਕਿ ਉਹ ਮਿਲਦੇ ਹੀ ਨਹੀਂ, ਸਿਰਫ ਭਰੋਸਾ ਦਵਾਉਂਦੇ ਹੈ। ਸਾਡੀ 23 ਅਕਤੂਬਰ ਨੂੰ ਰੈਲੀ ਸੀਗੀ ਪਟਿਆਲੇ ਵਿੱਚ, ਅਸੀਂ ਰਾਤ ਨੂੰ ਸੜਕਾਂ ਤੇ ਬੈਠੀਆਂ ਸੀ ਆਰਾਮ ਨਾਲ ਕਿ ਅਸੀਂ ਸੀਐਮ ਸਾਹਿਬ ਨੂੰ ਮਿਲ ਕੇ ਹੀ ਜਾਣਾ, ਪਰ ਇੰਨਾ ਬੜਾ ਹਿਟਲਰ ਸ਼ਾਹੀ ਕੀਤੀ ਹੈ ਅੰਗਰੇਜ਼ਾਂ ਦੇ ਰਾਜਾਂ ਨਾਲ ਵੀ ਭੈੜਾ ਬਿਹਾਰ ਆਂਗਨਵਾੜੀ ਵਰਕਰਾਂ ਜਿਹੜੀਆਂ ਕਿ 60 ਸਾਲ ਦੀਆਂ ਬਜ਼ੁਰਗਾਂ ਬੁੜੀਆਂ ਪਈਆਂ ਸੀ, ਉਹਨਾਂ ਤੇ ਸੁੱਤੀ ਪਈਆਂ ਤੇ ਪਾਣੀ ਦੀਆਂ ਤੋਪਾਂ ਚਲਾਈਆਂ, ਤੇ ਸਾਨੂੰ ਮੇਨ ਸਾਡੇ 8 ਲੀਡਰ ਊਸ਼ਾ ਜੀ ਤੇ ਮੈਂ ਸੀਗੀ ਨਾਲ, ਆਮ ਆਂਗਨਵਾੜੀ ਵਰਕਰਾਂ ਸੀਗੀਆਂ 8, ਉਹਨਾਂ ਨੂੰ ਪਟਿਆਲਾ ਕੇਂਦਰੀ ਜੇਲ੍ਹ ਵਿੱਚ 3 ਦਿਨ ਬੰਦ ਰੱਖਿਆ ਸਿਰਫ ਆਪਣੇ ਹੱਕ ਮੰਗਦਿਆਂ ਨੂੰ। ਇਸ ਕਰਕੇ ਅਸੀਂ ਆਵਾਜ਼ ਆਪਣੀ ਬਿਲਕੁਲ ਨਹੀਂ ਦਬਾਣੀ, ਜਿੰਨਾ ਸਾਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰਾਂਗੇ ਉਨਾ ਹੀ ਅਸੀਂ ਇਹਨਾਂ ਨੂੰ ਜਿੱਥੇ ਵੀ ਇਹ ਜਾਓਗੇ ਉੱਥੇ ਘੇਰਾਂਗੇ। ਠੀਕ ਹੈ। ਪ੍ਰਵੀਨ ਸ਼ਰਮਾ ਜੀ, ਆਪਾਂ ਪਹਿਲਾਂ ਵੀ ਡਿਬੇਟ 2-3 ਵਾਰ ਕਰ ਚੁੱਕੇ ਹਾਂ, ਔਰ ਤੁਸੀਂ ਆਪਣੀਆਂ ਮੰਗਾਂ ਸਰਕਾਰ ਸਾਹਮਣੇ ਰੱਖੀਆਂ ਸੀਗੀਆਂ, ਔਰ ਵੱਖ-ਵੱਖ ਸਰਕਾਰ ਦੇ ਬੁਲਾਰਿਆਂ ਨੇ ਕਿਹਾ ਸੀ ਤੁਹਾਡੀਆਂ ਮੰਗਾਂ ਸਰਕਾਰ ਤੱਕ ਪਹੁੰਚਾਵਾਂਗੇ ਔਰ ਤੁਹਾਡੀ ਮੁਲਾਕਾਤ ਵੀ ਕਰਾਵਾਂਗੇ। ਹਾਲ ਤੱਕ ਤੁਹਾਡੀ ਮੁਲਾਕਾਤ ਹੋਈ ਹੈ ਸੀਐਮ ਸਾਹਿਬ ਦੇ ਨਾਲ? ਕਿਸੇ ਤਰ੍ਹਾਂ ਦੀ ਕੋਈ ਅਸ਼ੋਰੈਂਸ ਮਿਲੀ ਹੈ ਤੁਹਾਨੂੰ ਕਿ ਨਹੀਂ ਮਿਲੀ? ਹਰਪ੍ਰੀਤ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਇਹ ਗੱਲ ਹੀ ਸਹੀ ਨਹੀਂ ਲੱਗਦੀ ਕਿ ਸਰਕਾਰ ਤੁਹਾਡੀ ਗੱਲ ਸੁਣ ਰਹੀ ਆ। ਇੱਥੇ ਸਰਕਾਰ ਕਿੱਥੇ ਆ? ਮਜ਼ਦੂਰ ਸੜਕ ਤੇ, ਵਪਾਰੀ ਸੜਕ ਤੇ, ਕਿਸਾਨ ਸੜਕ ਤੇ, ਮੁਲਾਜ਼ਮ ਸੜਕ ਤੇ, ਆਂਗਣਵਾੜੀ ਸੜਕ ਤੇ, ਨੌਜਵਾਨ ਸੜਕ ਤੇ, ਠੇਕੇ ਤੇ ਕੰਮ ਕਰਦੇ ਸੜਕ ਤੇ, ਆਂਗਣਵਾੜੀ ਆ ਗਈ ਆ, ਮਿਡ ਡੇ ਮੀਲ ਵਾਲੇ ਆ ਗਏ ਆ, ਅਧਿਆਪਕ ਸਾਥੀ ਆ ਗਏ ਆ, ਸਾਰਾ ਪੰਜਾਬ ਦੇ ਸੜਕ ਤੇ ਆ। ਜੇ ਸਰਕਾਰ ਕੀਤੀ ਹੁੰਦੀ ਤੇ ਸਰਕਾਰ ਸੁਣਦੀ ਨਾ ਗੱਲ ਲੋਕਾਂ ਦੀ, ਇਹਦਾ ਮਤਲਬ ਕਿ ਸਰਕਾਰ ਬਿਲਕੁਲ ਨਹੀਂ ਹੈਗੀ ਆ। ਦੂਜੀ ਗੱਲ, ਉਸ ਤੋਂ ਅਗਲੀ ਗੱਲ ਇਹ ਹੈਗੀ ਆ, ਮਿਡ ਡੇ ਮੀਲ ਦਾ ਜਿੰਨਾ ਜਲੂਸ ਪੰਜਾਬ ਵਿੱਚ ਨਿਕਲਿਆ ਆ, ਹਿੰਦੁਸਤਾਨ ਵਿੱਚ ਕੀ ਵਰਲਡ ਵਿੱਚ ਕਿਤੇ ਇਸ ਦਾ ਕੋਈ ਮਤਲਬ ਕਿ ਸਾਨੀ ਨਹੀਂ ਹੈਗਾ। ਮਿਡ ਡੇ ਮੀਲ ਦੇ ਵਿੱਚ ਪ੍ਰੈਜ਼ੈਂਟ ਟਾਈਮ ਵਿੱਚ ਸਿਰਫ 1 ਰੁਪਇਆ 65 ਪੈਸੇ ਪੰਜਾਬ ਸਰਕਾਰ ਨੂੰ ਪਾਣੇ ਪੈਂਦੇ ਆ ਜੀ ਇੱਕ ਬੱਚੇ ਪ੍ਰਤੀ, ਤੇ ਪਿਛਲੇ 3 ਮਹੀਨਿਆਂ ਤੋਂ ਮਿਡ ਡੇ ਮੀਲ ਦੀ ਜਿਹੜੀ ਰਾਸ਼ੀ ਆ ਉਹ ਗਾਇਬ ਆ। ਨੰਬਰ 2, ਮਿਡ ਡੇ ਮੀਲ ਵਿੱਚ 51,000 ਮਿਡ ਡੇ ਮੀਲ ਵਰਕਰ ਕੰਮ ਕਰਦੇ ਆ। ਸਾਰੇ ਹਿੰਦੁਸਤਾਨ ਵਿੱਚ ਸਭ ਤੋਂ ਘੱਟ ਉਜਰਤ ਉਸਨੂੰ ਪੰਜਾਬ ਵਿੱਚ ਦਿੱਤੀ ਜਾਂਦੀ ਹੈ 1700 ਰੁਪਏ। ਐਵੇਂ ਮਿਡ ਡੇ ਮੀਲ ਵਿੱਚ ਦਫ਼ਤਰੀ ਮੁਲਾਜ਼ਮ ਕੰਮ ਕਰਦੇ ਹੈਗੇ ਆ ਜੋ ਪ੍ਰੋਪਰ ਪ੍ਰੋਸੀਜਰ BCom ਸਾਰੀ ਯੋਗਤਾਵਾਂ ਪੂਰੀਆਂ ਕਰਕੇ ਮੈਰਿਟ ਬਣਾ ਕੇ ਡਿਪਾਰਟਮੈਂਟ ਵਿੱਚ ਆਏ ਆ। ਜੇਕਰ ਇਹਨਾਂ ਨੂੰ ਰੈਗੂਲਰ ਕੀਤਾ ਜਾਂਦਾ ਹੈ ਮਿਡ ਡੇ ਮੀਲ ਮੁਲਾਜ਼ਮਾਂ ਨੂੰ ਤੇ ਵਰਕਰਾਂ ਨੂੰ 306 ਕਰੋੜ ਰੁਪਏ ਸਰਕਾਰ ਦਾ ਬਜਟ ਆਉਂਦਾ ਆ। ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ ਆ, ਤੁਹਾਡੇ ਕੋਲ ਪਲੈਨਿੰਗ ਡਿਪਾਰਟਮੈਂਟ ਆ, ਮਨਪ੍ਰੀਤ ਬਾਦਲ ਜੀ ਬਹੁਤ
ਸੁਲਝੇ ਹੋਏ ਆਗੂ ਇਹਨਾਂ ਨੂੰ ਕਿਹਾ ਜਾਂਦਾ ਹੈ ਕਾਂਗਰਸ ਵਿੱਚ, ਕਾਂਗਰਸ ਪਾਰਟੀ ਵੱਲੋਂ, ਲੋਕਾਂ ਵੱਲੋਂ ਭਾਵੇਂ ਨਹੀਂ ਜੀ। ਤੇ ਇਸ ਸਾਨੂੰ ਇਹ ਦੱਸਣ ਵੀ 1700 ਰੁਪਏ ਵਿੱਚ ਤੁਸੀਂ ਸਾਨੂੰ ਇੱਕ ਸਿਸਟਮ ਹੀ ਬਣਾ ਕੇ ਦਿਓ ਨਾ ਵੀ 1700 ਰੁਪਏ ਵਿੱਚ ਪਰਿਵਾਰ ਕਿਵੇਂ ਚਲਾ ਸਕਦੇ ਆ, ਕਿ ਉਹ ਇੱਕ ਇਹਨਾਂ ਕੋਲ ਤੇ ਪਲੈਨਿੰਗ ਡਿਪਾਰਟਮੈਂਟ ਹੈਗਾ ਨਾ ਪ੍ਰੋਪਰ ਪੂਰਾ, ਉਹ ਸਾਨੂੰ ਦੱਸਣ ਵੀ ਐਵੇਂ ਕਰਕੇ ਵੀ 2 ਰੁਪਏ ਦਾ ਆਟਾ ਲੈ ਲਿਆ ਕਰੋ, 3 ਰੁਪਏ ਦਾ ਨਮਕ ਲੈ ਲਿਆ ਕਰੋ, 4 ਰੁਪਏ ਦਾ ਦੁੱਧ ਨਹੀਂ ਤੁਹਾਨੂੰ ਮੁੱਕਦਾ ਆ, ਦਵਾਈ ਦੀ ਤੁਹਾਨੂੰ ਲੋੜ ਨਹੀਂ, ਤੁਸੀਂ ਕਿਹੜਾ ਬਿਮਾਰ ਹੋਣਾ ਆ, ਕੱਪੜੇ ਪਾਉਣ ਦੀ ਤੁਹਾਨੂੰ ਨਵੇਂ ਜ਼ਰੂਰਤ ਨਹੀਂ ਹੈਗੀ, ਬੱਚੇ ਤੁਸੀਂ ਪੜ੍ਹਾਉਣ ਦੀ ਲੋੜ ਕੀ ਆ, ਆਪਣਾ ਸਾਰੋ ਕੋਈ ਤਰੀਕਾ ਦੇਵੇ ਨਾ, ਕੋਈ ਵੇ ਤੇ ਹੋਵੇ ਨਾ। ਇਹ ਜਲੂਸ ਕੱਢਿਆ ਪਿਆ ਆ 1700 ਰੁਪਏ। ਉਸ ਤੋਂ ਬਾਅਦ ਤਨਖਾਹ ਦਿੱਤੀ ਜਾਂਦੀ ਹੈਗੀ 10 ਮਹੀਨੇ, ਕੰਮ ਲਿਆ ਜਾਂਦਾ ਜੀ 12 ਮਹੀਨੇ ਜੀ। ਤੇ ਇਹ ਪੁਰਾਣੇ ਟਾਈਮ ਵਿੱਚ ਗੁਲਾਮ ਜਿਹੜੇ ਹੁੰਦੇ ਸੀ ਨਾ ਜੀ, ਉਸ ਟਾਈਮ ਅਸੀਂ ਸੁਣਿਆ ਸੀ ਕਿ ਉਹਨਾਂ ਨੂੰ ਕੰਮ ਮਨਮਰਜ਼ੀ ਦਾ ਲਿਓ ਤੇ ਜਿਹੜੀ ਸੈਲਰੀ ਆ ਉਹ ਦਿਓ ਨਾ ਦਿਓ, ਉਹ ਕੰਮ ਮਿਡ ਡੇ ਮੀਲ ਵਰਕਰਾਂ ਦਾ ਨਾਲ ਹੋ ਰਿਹਾ ਆ। ਤੇ ਉੱਪਰ ਤੋਂ ਸਰਕਾਰ ਸੁਣਨ ਲਈ ਤਿਆਰੀ ਨਹੀਂ ਹੈਗੀ ਸਰਕਾਰ। ਮੈਂ ਤਾਂ ਇੱਕ ਹੋਰ ਚੀਜ਼ ਕਹਿਣਾ ਚਾਹੁੰਦਾ ਇੱਥੇ, ਸੰਵਿਧਾਨ ਦੇ ਸਾਡਾ ਜੋ ਬੇਸ ਹੈ ਵੀ ਦਾ ਪੀਪਲ, ਫੋਰ ਦਾ ਪੀਪਲ, ਬਾਏ ਦਾ ਪੀਪਲ, ਇਹਨਾਂ ਨੇ ਸਾਰੀ ਡੈਫੀਨੇਸ਼ਨ ਚੇਂਜ ਕਰਤੀ ਆ, ਵੀ ਦਾ ਲੀਡਰ, ਫੋਰ ਦਾ ਲੀਡਰ, ਬਾਏ ਦਾ ਲੀਡਰ। ਇਹ ਅੱਜ ਕੱਲ੍ਹ ਲੀਡਰਾਂ ਦਾ ਜੋ ਭਲਾ ਕਰਨ ਲਈ ਲੀਡਰਾਂ ਲਈ ਇਹ ਸਾਰੀ ਚੀਜ਼ਾਂ ਹੋ ਰਹੀਆਂ, ਇਸ ਨੂੰ ਬਦਲ ਕੇ ਲੈ ਕੇ ਆਉਣ ਦੀ ਜ਼ਰੂਰਤ ਆ। ਤੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਆ, ਜਿਹੜੇ ਪਰਚੇ ਪਾਏ ਆ ਅਧਿਆਪਕਾਂ ਉੱਪਰ ਪੰਜਾਬ ਵਿੱਚ, ਉਹ ਤੂਫਾਨ ਆਉਣ ਵਾਲੇ ਸਮੇਂ ਵਿੱਚ ਕਿ ਇਹਨਾਂ ਕੋਲ ਜਿਹੜੇ ਪਰਚੇ ਆ ਮੁੱਕ ਜਾਣਗੇ ਸਰਕਾਰ ਜੀ। ਤੁਹਾਡੇ ਕੋਲ ਇੰਨੇ ਪਰਚੇ ਕਰ ਨਹੀਂ ਹੋਣੇ, ਇੰਨੀ FIR ਦਰਜ ਕਰਨ ਵਾਲੇ ਤੁਹਾਡੇ ਲੋਕ ਨਹੀਂ ਜਿੰਨੇ ਲੋਕਾਂ ਨੇ ਬਾਹਰ ਆ ਜਾਣਾ ਆ। ਇੱਕ ਜੋ ਅਧਿਆਪਕ ਆ, ਜੋ ਇੱਕ ਸ਼ਿਕਸ਼ਕ ਆ, ਉਸ ਦੀ ਗੋਦੀ ਦੇ ਵਿੱਚ ਨਿਰਮਾਣ ਤੇ ਫਲ ਹੈ, ਦੋਨੋਂ ਪਲਦੀਆਂ ਹੈਗੀਆਂ ਆ। ਅੱਜ ਤੱਕ ਅਧਿਆਪਕਾਂ ਨੇ ਨਿਰਮਾਣ ਨੂੰ ਜਨਮ ਦਿੱਤਾ ਆ, ਪਰ ਇਹ ਸਰਕਾਰ ਮਜਬੂਰ ਕਰ ਰਹੀ ਆ ਤੇ ਆਉਣ ਵਾਲੇ ਸਮੇਂ ਵਿੱਚ ਇਹ ਜਦੋਂ ਵੀ ਸਰਕਾਰਾਂ ਨੇ ਐਵੇਂ ਅਧਿਆਪਕਾਂ ਨਾਲ ਕੀਤਾ ਆ ਤੇ ਇਹ ਵੀ ਇਤਿਹਾਸ ਗਵਾਇਆ ਕਿ ਇੱਥੇ ਪਲ ਹੈ ਵੀ ਅਧਿਆਪਕ ਲੈ ਕੇ ਆਏ। ਇੱਕ ਗੱਲ ਦੱਸੋ, ਤੁਹਾਡੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਵਾਅਦਾ ਕੀਤਾ ਸੀ, ਪ੍ਰੋਮਿਸ ਕੀਤਾ ਸੀ, ਜਾਂ ਕੋਈ ਇੰਸ਼ੋਰੈਂਸ ਤੁਹਾਨੂੰ ਦਿੱਤੀ ਸੀ ਤੁਹਾਡੇ ਮੁੱਦੇ ਹੱਲ ਹੋਣਗੇ ਜਿਹੜੇ ਨਹੀਂ ਹੋਏ? ਬਿਲਕੁਲ ਜੀ, ਅਸੀਂ ਸਿਰਫ ਤੁਸੀਂ ਆਪਣੀਆਂ ਮੰਗਾਂ ਲੈ ਕੇ ਹਾਲੇ ਚੱਲ ਰਹੇ ਹੋ? ਨਹੀਂ, ਸਾਨੂੰ ਜੀ ਤੁਹਾਡੇ ਇੱਥੇ ਸਟੂਡੀਓ ਵਿੱਚ ਸਾਰੇ ਹਿੰਦੁਸਤਾਨ ਨੇ ਵੀ ਦੇਖਿਆ ਕਿ ਕਾਂਗਰਸ ਦੇ ਨੁਮਾਇੰਦੇ ਬਾਰ-ਬਾਰ ਆਏ, ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਵਾਂਗੇ, ਇਵਨ ਕਿਸੇ ਸਕੀਮ ਵੀ ਚਲਾਈ ਸੀ, ਮੁੱਖ ਮੰਤਰੀ ਮਿਲਾਓ ਇਨਾਮ ਪਾਓ। ਪਰ ਮੈਨੂੰ ਲੱਗਦਾ ਹੈ ਕਿ ਅਜੇ ਖੁਦ ਉਹਨਾਂ ਅੱਗੋਂ ਨੂੰ ਵੀ CM ਸਾਹਿਬ ਦੇ ਦਰਸ਼ਨ ਨਹੀਂ ਹੋਏ। ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਵੀ ਭਾਈ ਕੋਈ ਨਾ ਕੋਈ ਸਕੀਮ ਚਲਾਓ, ਸ਼ਾਇਦ ਤੁਹਾਨੂੰ CM ਮਿਲ ਜਾਣ, ਜੇ ਤੁਹਾਨੂੰ ਮਿਲੋਗੇ ਤਾਂ ਤੁਸੀਂ ਸਾਨੂੰ ਮਿਲਾ ਦਿਓ। ਬਾਰ-ਬਾਰ ਉਹੀ ਚੀਜ਼, ਰੈਪੂਟੇਸ਼ਨ। ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈਗੀ ਇੱਥੇ, OSDਆਂ ਦਾ ਰਾਜ ਆ ਜੀ, ਅਫਸਰਸ਼ਾਹੀ ਦਾ ਰਾਜ ਆ। ਅਸੀਂ ਤੇ ਜਿਵੇਂ ਕਿ ਲੋਕ ਦੇਖਦੇ ਵੀ ਆਪਾਂ ਉਸ ਦੇਵੀ ਦੇਵਤੇ ਦਾ ਵਰਤ ਰੱਖ ਲਈਏ ਤੇ ਉਹ ਜਲਦੀ ਫਲ ਦੇ ਦੇਗਾ, ਅਸੀਂ ਤੇ OSD ਦੇ ਚੱਕਰ ਵਿੱਚ ਪਿਸ ਗਏ ਜੀ ਸਾਰੇ ਲੋਕ ਜੀ। ਸਾਨੂੰ ਕਦੇ ਗੁਰਿੰਦਰ ਸੋਢੀ ਜੀ ਕੋਲ ਜਾਂਦੇ ਆ, ਕਦੇ ਸੰਦੀਪ ਸੰਧੂ ਜੀ ਕੋਲ ਜਾਂਦੇ ਆ, ਕਦੇ MP ਸਿੰਘ ਜੀ ਕੋਲ ਜਾਂਦੇ ਆ, ਤੇ ਉਹ ਕੁੱਲ ਮਿਲਾ ਕੇ ਕਹਿੰਦੇ ਨੇ ਹਾਂਜੀ CM ਸਾਹਿਬ ਤੁਹਾਡੇ ਬਾਰੇ ਸੋਚਣਗੇ। ਇਹ ਕੋਈ ਬੰਦਾ ਨਹੀਂ ਦੱਸਦਾ ਕਿ CM ਸਾਹਿਬ ਕਦ ਸੋਚਣਗੇ ਤੇ ਕੌਣ ਉਹਨਾਂ ਨੂੰ ਸੋਚਣ ਲਈ ਮਜਬੂਰ ਕਰੇਗਾ, ਤੇ ਭਾਈ ਕੌਣ ਸਾਨੂੰ ਉਹਨਾਂ ਨੂੰ ਮਿਲਾ ਕੇ ਲੈ ਜਾਏਗਾ। ਸੋ ਪੰਜਾਬ ਦੀ ਜੋ ਦਸ਼ਾ ਆ, ਮੁਲਾਜ਼ਮਾਂ ਦੀ ਜੋ ਦਸ਼ਾ ਆ, ਉਹ ਬਹੁਤ ਚਰਮਰਾ ਰਹੀ ਆ ਇਸ ਟਾਈਮ ਪੰਜਾਬ ਦੇ ਵਿੱਚ, ਹਾਲਾਤ ਬਦ ਤੋਂ ਬਦਤਰ ਹੋ ਰਹੇ ਆ ਜੀ। ਜਗਜੀਤ ਸਿੰਘ ਜੀ, ਸਰਕਾਰ ਵਾਰ-ਵਾਰ ਇਹ ਕਹਿੰਦੀ ਹੈ ਕਿ ਖਜ਼ਾਨਾ ਖਾਲੀ ਹੈ, ਸਾਡੇ ਕੋਲ ਵਸੀਲੇ ਹੈ ਨਹੀਂ ਹੈ, ਤਨਖਾਹਾਂ ਉਹਨਾਂ ਤੋਂ ਦਿੱਤੀਆਂ ਨਹੀਂ ਜਾ ਰਹੀਆਂ, ਤਨਖਾਹਾਂ ਕਿਸ਼ਤਾਂ ਦੇ ਰਹੇ ਨੇ। ਫਿਰ ਅਜਿਹੇ ਸਮੇਂ ਦੇ ਵਿੱਚ ਤੁਸੀਂ ਸਰਕਾਰ ਦਾ ਸਾਥ ਦੇਣ ਦੀ ਬਜਾਏ ਤੁਸੀਂ ਸਰਕਾਰ ਦੇ ਅਗੇਂਸਟ ਖੜੇ ਹੋ, ਉਹਨਾਂ ਦੇ ਵਿਰੁੱਧ ਖੜੇ ਹੋ। ਜੇ ਸਰਕਾਰ ਦੇ ਕੋਲ ਕੋਈ ਵਸੀਲੇ ਹੀ ਨਹੀਂ ਹੈ, ਉਹ ਤੁਹਾਨੂੰ ਫਿਰ ਤਨਖਾਹਾਂ ਇੰਨੀਆਂ ਮੋਟੀਆਂ ਕਿਵੇਂ ਦੇ ਦੇਗੀ? ਸਰਕਾਰ ਖਜ਼ਾਨਾ, ਪਹਿਲਾਂ ਤਾਂ ਖਜ਼ਾਨਾ ਸਰਕਾਰ ਦਾ ਇੱਕ ਸਮੁੰਦਰ ਹੁੰਦਾ ਹੈ ਜੋ ਕਦੇ ਖਾਲੀ ਨਹੀਂ ਹੁੰਦਾ। ਇਹ ਨੀਤ ਹੈ ਜਿਹੜੀ ਸਰਕਾਰ ਦੀ ਬਦਨੀਤ ਹੋਈ ਹੈ, ਜਿਸ ਤੋਂ ਇਹ ਢੰਡੋਰਾ ਪਿੱਟ ਰਿਹਾ ਹੈ, ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਇਹਨਾਂ ਨੇ ਆਪਣੀ ਇੰਨੀ ਅਫਸਰਸ਼ਾਹੀ, ਇੰਨੇ OSD, ਮੈਂ ਕਹਿੰਦਾ ਵੀ ਆਪਣੀ ਸਹੂਲਤ ਦੀ ਇੱਕ ਚੀਜ਼ ਵੀ ਨਹੀਂ ਘੱਟ ਹੋਣ ਦਿੱਤੀ ਹੈਗੀ। ਕਿਸੇ ਪਾਸੇ ਤੇ ਖਜ਼ਾਨਾ ਖਾਲੀ ਨਹੀਂ ਹੈ। ਹੁਣ ਤੁਸੀਂ ਦੇਖਿਆ ਵੀ ਇਨਕਮ ਟੈਕਸ ਦਾ 200 ਰੁਪਈਆ ਪਰ ਮੰਥ ਲਾ ਦਿੱਤਾ ਹੈ। ਮੈਂ ਕਹਿੰਦਾ ਇਹ ਕਟੋਰਾ ਲੈ ਕੇ ਬੈਠਣ ਨੂੰ ਤਿਆਰ ਹੋਏ ਵੇ ਆ, ਪਰ ਫਿਰ ਵੀ ਤੁਸੀਂ ਕਹਿੰਦੇ ਆ ਵੀ ਅਸੀਂ ਇਹਨਾਂ ਦਾ ਸਾਥ ਲੈਂਦੇ, ਅਸੀਂ ਸਾਥ ਦੇਣ ਨੂੰ ਤਿਆਰ, ਇਹ ਸਹੂਲਤਾਂ ਦੇਣ ਨੂੰ ਤਿਆਰ ਹੋਣ। ਹਰੇਕ ਮੁਲਾਜ਼ਮ ਵਰਗ ਇਹਨਾਂ ਵਾਸਤੇ ਤਿਆਰ ਹੈ। ਇਹ ਬੈਠਣ, ਇਹ ਗੱਲ ਕਰਨ, ਇਹ ਦੱਸਣ ਵੀ ਸਾਨੂੰ ਇੱਥੇ ਤੇ ਸਾਨੂੰ ਆਹ ਚੀਜ਼ ਚਾਹੀਦੀ ਹੈ, ਅਸੀਂ ਸਰਕਾਰ ਦਾ ਸਾਥ ਦੇਵਾਂਗੇ। ਗੱਲ ਤਾਂ ਹੋਵੇ ਜੀ। ਅਮਰਿੰਦਰ ਸਿੰਘ ਨੇ ਜਦੋਂ ਲੱਭਣਾ ਪੈ ਰਿਹਾ ਹੈ ਕੈਪਟਨ ਸਾਹਿਬ, ਤਾਂ ਅੱਜ ਤੱਕ ਮੈਨੂੰ ਲੱਗਦਾ ਸਾਲ ਹੋ ਗਿਆ ਬਣੀ ਨੂੰ, ਕਿਸੇ ਯੂਨੀਅਨ ਨਾਲ, ਕਿਸੇ ਜਥੇਬੰਦੀ ਨਾਲ, ਕਿਸੇ ਕਿਸਾਨ ਜਥੇਬੰਦੀ ਨਾਲ, ਕਿਸੇ ਗਰੀਬ ਬੰਦੇ ਨਾਲ ਗੱਲੇ ਨਹੀਂ ਕੀਤੀ ਹੈਗੀ। ਉੱਥੇ ਇੱਕ ਦਰਬਾਰ ਲਾਇਆ ਵਾ OSDਆਂ ਦਾ CM ਹਾਊਸ ਦੇ ਵਿੱਚ, ਬੰਦੇ ਨੂੰ ਉੱਥੇ ਤੇ ਮਿੱਠੀਆਂ ਗੋਲੀਆਂ ਦੇ ਕੇ ਤੋੜ ਦਿੱਤਾ ਜਾਂਦਾ ਹੈ। ਬੰਦਾ ਜਾਂਦਾ, ਨਹੀਂ ਜੀ ਤੁਸੀਂ ਕਿੱਥੋਂ ਆਏ ਜੀ? ਰੋਪੜ ਤੋਂ ਆਏ ਆ ਜੀ, ਇਹ OSD ਸਾਹਿਬ ਕੋਲ ਜਾਓ। ਤੁਸੀਂ ਅੰਮ੍ਰਿਤਸਰ ਕੋਲ ਤੋਂ ਆਏ ਆ ਜੀ, ਤੁਸੀਂ ਇਹ OSD ਸਾਹਿਬ ਕੋਲ ਜਾਓ। ਉਹ ਵਿਚਾਰਾ OSD ਦੇ ਚੱਕਰਾਂ ਦੇ ਮੁੜ ਕੇ ਚੰਡੀਗੜ੍ਹ ਵੱਲ ਨੂੰ ਮੂੰਹ ਹੀ ਨਹੀਂ ਕਰਦਾ ਹੈਗਾ। ਮੈਂ ਕੈਪਟਨ ਸਾਹਿਬ ਨੂੰ ਇਸ ਮੰਚ ਤੋਂ ਬੇਨਤੀ ਕਰਦਾ ਹਾਂ, ਕੈਪਟਨ ਸਾਹਿਬ ਜੀ ਲੋਕਾਂ 'ਚ ਆਓ, ਲੋਕਾਂ ਨੂੰ ਦਰਸ਼ਨ ਦਿਓ, ਲੋਕਾਂ ਦੀਆਂ ਮੁਸ਼ਕਲਾਂ ਸੁਣੋ। ਲੋਕ ਹਾਲੋ ਬੇਹਾਲ ਹੋਏ ਵੇ ਆ। ਇਹ ਜਿਹੜਾ ਆਉਣ ਵਾਲਾ ਸਮਾਂ ਹੈ ਇਹ ਬਹੁਤ ਜ਼ਿਆਦਾ ਘਾਤਕ ਹੋਣ ਵਾਲਾ ਏ। ਤੁਸੀਂ ਲੱਭੋਗੇ, ਤੁਹਾਡੇ ਕਾਂਗਰਸੀਆਂ ਨੂੰ ਤੁਸੀਂ ਲੱਭੋਗੇ ਵੀ ਕਿੱਥੇ ਗਏ। ਇਹ ਪਿੰਡਾਂ 'ਚ ਨਹੀਂ ਵੜਨ ਦੇਣੇ, ਇਹ ਗਲੀਆਂ 'ਚ ਨਹੀਂ ਵੜਨ ਦੇਣੇ। ਇਹਨਾਂ ਨੂੰ ਸੰਭਾਲ ਲਓ, ਜੇ ਸੰਭਾਲ ਸਕਦੇ ਇਹਨਾਂ ਨੂੰ ਮੂੰਹ ਦਿਖਾਉਣ ਜੋਗੇ ਛੱਡ ਦਿਓ। ਮੈਂ ਇਸ ਮੰਚ ਰਾਹੀਂ ਕਹਿਣਾ ਚਾਹੁੰਦਾ। ਠੀਕ ਹੈ, ਇੱਕ ਛੋਟਾ ਜਿਹਾ ਆਪਾਂ ਬ੍ਰੇਕ ਲੈ ਲੈਣੇ, ਇੱਕ ਬ੍ਰੇਕ ਲੈਣੇ ਆ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਆ। ਮੰਗਾਂ ਕੀ ਨੇ ਇਹਨਾਂ ਲੋਕਾਂ ਦੀਆਂ, ਔਰ ਕਿਉਂ ਇੰਨੇ ਇਹ ਦੁਖੀ ਹੋ ਚੁੱਕੇ ਨੇ ਕਿ ਸਰਕਾਰ ਨੂੰ ਇੰਨੇ ਕੌੜੇ ਸ਼ਬਦਾਂ ਦੇ ਵਿੱਚ ਬੋਲ ਰਹੇ ਨੇ? ਆਖਿਰਕਾਰ ਜਿਹੜੇ ਪ੍ਰੋਮਿਸਿਸ ਇਹਨਾਂ ਨਾਲ ਕੀਤੇ ਗਏ ਸੀ ਉਹ ਵਾਅਦੇ ਵਫਾ ਕਿਉਂ ਨਹੀਂ ਹੋ ਪਾ ਰਹੇ? ਇਸ ਤੇ ਵੀ ਚਰਚਾ ਕਰਾਂਗੇ।
ब्रेक तो बाद दर्शकों का एक बार फिर तो स्वागत है। साडी विचार चर्चा जारी है। अज मुलाजम वर्ग होवे, भावें टीचर होण या आंगनवाड़ी वर्कर होण, सारे ही सड़कों ते उतरे हुए ने। वो सारे इस गल तो बड़े दुखी ने कि मुख्यमंत्री साहब मिलते नहीं ने। वार वार उपराला कर लिया, OSD कोल चले गए, सारे कोल जा चुके हैं, संतरी मंत्री सारिਆਂ ਨੂੰ गुहार लगा चुके हैं, पर CM साहब मिलते ही नहीं ने। इन्हां दा कहना है कि मंगां मनणियां ਜਾਂ ना मनणियां वो गलबात का एक जरिया हो सकता है, वो संवाद का एक जरिया हो सकता है, पर जरूरी है कि CM साहब घट्टो घट्ट साडियां मंगां तो सुणन, साडी गल तो सुणन। जे वो भी नहीं सुणदे तो इसलिए सानूं सड़कों तो उतरना पैंदा। जगजीत सिंह, तुहाडीਆਂ ਮੰਗਾਂ की ने मोटे मोटी जे दसो, पर टाइम घट है। ਅਸੀਂ ਕੰਪਿਊਟਰ ਅਧਿਆਪਕ ਜੋ ਕਿ 2011 ਵਿੱਚ ਸਰਕਾਰ ਦੁਆਰਾ ਰੈਗੂਲਰ ਕਰ ਦਿੱਤੇ ਗਏ ਸੀ ਇੱਕ ਸੁਸਾਇਟੀ ਦੇ ਵਿੱਚ, ਮੋਟੀ ਜੀ ਮੰਗ ਹੈ ਸਾਡੀ, ਛੋਟੀ ਜੀ ਮੰਗ ਹੈ ਵੀ ਸਾਨੂੰ ਇਸ ਤੋਂ ਸੁਸਾਇਟੀ ਤੋਂ ਕੱਢ ਕੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਮਰਜ ਕੀਤਾ ਜਾਵੇ, ਸ਼ਿਫਟ ਕੀਤਾ ਜਾਵੇ। ਸਾਡੇ ਠੇਕੇ ਤੇ ਕੰਮ ਕਰਦੇ ਸਰਵ ਸਿੱਖਿਆ ਅਭਿਆਨ, ਰਾਮਸਾ, ਹੋਰ ਸਾਰੇ ਸਾਡੇ ਸਾਥੀਆਂ ਨੂੰ ਪੂਰੇ ਤਨਖਾਹਾਂ ਜੋ ਤਨਖਾਹਾਂ ਲੈ ਰਹੇ ਭੱਤਿਆਂ ਦੇ ਸਮੇਤ ਇਹਨਾਂ ਆਪਣੇ ਪਿਤਰੀ ਡਿਪਾਰਟਮੈਂਟ ਦੇ ਵਿੱਚ ਮਰਜ ਕੀਤਾ ਜਾਵੇ, ਰੈਗੂਲਰ ਕੀਤਾ ਜਾਵੇ। ਔਰ ਜਿਹੜੀ ਤਲਵਾਰ 7 ਸਾਲ ਵਾਲੀ ਕ੍ਰਿਸ਼ਨ ਕੁਮਾਰ ਜੀ ਨੇ, ਸਰਕਾਰ ਨੇ ਸੋਚੀ ਸਾਚੀ ਉਹਦੇ ਤਹਿਤ ਸਾਡੇ ਤੇ ਲਟਕਾਈ ਹੈ, ਇਹਨੂੰ ਵਾਪਸ ਲਿਆ ਜਾਵੇ, ਜਿਸ ਨਾਲ ਕਿ ਬਹੁਤ ਬੜਾ ਤੂਫਾਨ ਹੈ ਜਿਹੜਾ ਸਿੱਖਿਆ ਵਿਭਾਗ ਦੇ ਵਿੱਚ ਆਉਣ ਵਾਲਾ ਹੈ। ਔਰ ਇਸ ਤੂਫਾਨ ਨੂੰ ਸਰਕਾਰ ਨਹੀਂ ਸਾਂਭ ਸਕੇਗੀ। सोसाइटी तो एजुकेशन डिपार्टमेंट च क्यों शिफ्ट होना चाहते हो? तनख्वाह तो तुहानूं सेम मिलेगी, तनख्वाह तो ਤੁਹਾਨੂੰ ਬਰਾਬਰ ਹੀ ਮਿਲੇਗੀ ਨਾ, ਜੋ ਇੱਥੇ ਮਿਲ ਰਹੀ ਹੈ ਉਹ ਉੱਥੇ ਮਿਲਣੀ ਹੈ। ਫਿਰ ਤੁਸੀਂ ਉੱਥੇ ਜਾਣ ਦੀ ਜ਼ਿੱਦ ਕਿਉਂ ਕਰਦੇ ਹੋ? ਉਧਰ ਜਾਣ ਦੀ ਜਿੱਦ ਨਹੀਂ ਹੈ, ਉਧਰ ਜਾਣ ਦਾ, ਸਰਕਾਰ ਦੇ ਵਿੱਚ ਜਾਣ ਦਾ ਇਹ ਹੈ ਜੀ ਵੀ ਉੱਥੇ ਸਾਰੀਆਂ ਸਹੂਲਤਾਂ ਮਿਲੂਗੀਆਂ। ਅੱਜ ਸਾਡਾ ਕੋਈ ਸਾਥੀ ਸੁਸਾਇਟੀ ਦਾ ਮੰਨ ਲਓ ਕਿਸੇ ਐਕਸੀਡੈਂਟ ਦੇ ਵਿੱਚ ਜਾਂ ਪਿੱਛੇ ਇਤਿਹਾਸ ਵੀ ਹੋਇਆ, ਸਾਡੇ ਕਈ ਸਾਥੀ ਪੂਰੇ ਹੋ ਚੁੱਕੇ ਨੇ ਤੇ ਉਸ ਉਪਰੰਤ ਉਸ ਦੇ ਪਿੱਛੇ ਰਹਿ ਜਾਂਦੇ ਵਾਰਸਾਂ ਨੂੰ 1 ਰੁਪਈਏ ਦੀ ਮਾਲੀ ਸਹਾਇਤਾ ਨਹੀਂ ਹੈਗੀ। ਮਾਲਵੇ ਸਾਈਡ ਐਕਸੀਡੈਂਟ ਹੋਇਆ ਸੀ ਧੁੰਦ ਕਾਰਨ, ਜਿੱਥੇ ਕਿ 6 ਰੈਗੂਲਰ ਅਧਿਆਪਕ ਤੇ 2 ਠੇਕੇ ਵਾਲੇ ਮਾਰੇ ਗਏ ਸੀ। 6 ਨੂੰ ਤਾਂ ਸਾਰਾ ਕੁਝ ਅੱਗੇ ਨੌਕਰੀ ਵੀ ਮਿਲ ਗਈ ਵਾਰਸਾਂ ਨੂੰ, ਔਰ 2 ਜਿਹੜੇ ਸਰਵ ਸਿੱਖਿਆ ਅਭਿਆਨ ਦੇ ਕਰਮਚਾਰੀ ਸੀ, ਅਧਿਆਪਕ ਸੀਗੇ, ਉਹਨਾਂ ਨੂੰ ਇਹ ਕਹਿ ਕੇ ਖਹਿੜਾ ਛਡਾ ਲਿਆ ਗਿਆ ਵੀ ਇਹ ਸਰਕਾਰ ਦੇ ਮੁਲਾਜ਼ਮ ਨਹੀਂ ਹੈ। ਇਹੀ ਤਰਕ ਹੈ ਸਾਡਾ ਵੀ ਇਹੀ ਕਾਰਨ ਹੈ ਸਾਡਾ, ਜਿਸ ਕਾਰਨ ਅਸੀਂ ਸਰਕਾਰ ਪਰ ਤੁਹਾਨੂੰ ਇਹ ਕਹਿ ਰਹੀ ਹੈ ਰੈਗੂਲਰ ਕਰ ਦਾਂਗੇ 10,000 ਤਨਖਾਹ 'ਚ, ਇਹ ਠੀਕ ਗੱਲ ਹੈ ਕਿ ਨਹੀਂ? ਬਿਲਕੁਲ ਗਲਤ ਗੱਲ ਹੈ ਜੀ ਇਹ। 10-300 ਦੇ ਨਾਲ ਦੱਸੋ, ਇੱਕ ਅਧਿਆਪਕ ਵਰਗ ਉਹ ਵਰਗ ਹੈ ਜਿਹਨੂੰ ਕਿਸੇ ਤਰ੍ਹਾਂ ਦੀ ਕੋਈ ਹੋਰ ਕਮਾਈ ਨਹੀਂ। ਮੈਂ ਇਸ ਮੰਚ ਤੋਂ ਇਹ ਕਹਿਣਾ ਚਾਹੁੰਦਾ ਹੈ, ਜਿਹੜੇ IAS PCS ਹੈ, ਜਿਹੜੇ ਅਫਸਰਸ਼ਾਹੀ ਆ, ਇਹਨਾਂ ਤੋਂ ਬਥੇਰੀਆਂ ਕਮਾਈਆਂ ਹੋਰ ਆਉਂਦੀਆਂ ਹੋਣਗੀਆਂ, ਬਥੇਰੇ ਟੈਂਡਰ ਪੈਂਦੇ ਆ, ਬਥੇਰੇ ਕਮਿਸ਼ਨ ਆਉਂਦੇ ਹੋਣਗੇ। ਇਹ 10-300 ਦੇ ਨਾਲ ਘਰ ਨਹੀਂ ਚੱਲਦਾ। 10-300 ਇਹਨਾਂ ਨੂੰ ਸੋਚਣਾ ਵੀ, ਜਿਹੜੀ ਇਹਨਾਂ ਦੀ ਸੋਚ ਆ ਬਹੁਤ ਮਾੜੀ ਸੋਚ ਹੈ। ਅੱਜ ਦੇ ਯੁੱਗ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਬੜੇ ਪੜ੍ਹਾਈਆਂ ਕਰਵਾਉਣੀਆਂ, ਇਹ ਜਿਹੜਾ ਇਸ 10-300 ਦੇ ਵਿੱਚ ਨਹੀਂ ਮੁਮਕਿਨ ਹੈ। ਗੁਰਦੀਪ ਕੌਰ ਜੀ, ਤੁਹਾਡੀ ਕੀ ਮੰਗ ਹੈਗੀ ਹੈ? ਕਿਉਂਕਿ ਆਂਗਨਵਾੜੀ ਵਰਕਰਾਂ ਦਾ ਮਸਲਾ ਜਦੋਂ ਅਸੀਂ ਪਿਛਲੀ ਵਾਰ ਡਿਬੇਟ ਕੀਤੀ ਸੀ, ਉਹਨਾਂ ਨੇ ਕਿਹਾ ਸੀ ਸੁਲਝ ਗਿਆ ਜੀ ਮਸਲਾ, ਜੋ ਆਂਗਨਵਾੜੀ ਦੀਆਂ ਮੰਗਾਂ ਸੀਗੀਆਂ ਅਸੀਂ ਮੰਨ ਲਈਆਂ। ਤੁਹਾਡੀ ਸਭ ਤੋਂ ਪਹਿਲਾਂ ਡਿਮਾਂਡ ਇਹ ਸੀ ਕਿ ਜਿਹੜੇ ਸਕੂਲ ਖੋਲੇ ਜਾ ਰਹੇ ਨੇ ਉਹ ਉਹਨਾਂ ਦੇ ਵਿੱਚ ਤੁਹਾਡੇ ਵਰਕਰ ਜਾਣਗੇ ਔਰ ਆਂਗਨਵਾੜੀ ਖਤਮ ਹੋ ਜਾਏਗੀ। ਸਰਕਾਰ ਨੇ ਜਦੋਂ ਉਹ ਮਸਲਾ ਹੱਲ ਕਰ ਦਿੱਤਾ, ਫਿਰ ਹੁਣ ਕਿਉਂ ਦਿੱਕਤ ਆ ਰਹੀ ਹੈ? ਮਸਲਾ ਹੱਲ ਨਹੀਂ ਕੀਤਾ ਜੀ, ਮਸਲਾ ਬਿਲਕੁਲ ਹੀ ਕਾਗਜ਼ਾਂ ਵਿੱਚ ਹੱਲ ਕੀਤਾ ਹੈ। ਕਿਉਂਕਿ ਹੁਣੇ ਜਿਹੜੇ ਉਹਨਾਂ ਨੇ ਸਕੂਲ ਖੋਲੇ ਨੇ, ਉਹਨਾਂ ਸਕੂਲਾਂ ਦੇ ਵਿੱਚ ਤੁਹਾਡੇ ਵਰਕਰਾਂ ਦੀ ਡਿਊਟੀ ਲਗਾਈ ਹੈ ਕਿ ਨਹੀਂ ਲਗਾਈ? ਨਹੀਂ ਜੀ, ਕੋਈ ਡਿਊਟੀ ਨਹੀਂ ਲਗਾਈ, ਕਿਉਂਕਿ ਜਿਹੜੇ ਸਕੂਲਾਂ ਵਿੱਚ ਹੈ, ਕਿਸੇ ਸਕੂਲ ਵਿੱਚ ਤਾਂ ਜਗ੍ਹਾ ਹੀ ਨਹੀਂ ਹੈਗੀ। ਹੁਣ ਮੰਨ ਲਓ ਕਈ ਐਡੇ ਵੱਡੇ ਪਿੰਡ ਹੈ ਜਿੱਥੇ ਕਿ 3 ਆਂਗਨਵਾੜੀ 4 ਆਂਗਨਵਾੜੀ ਵੀ ਹੈਗੇ ਹੈ ਤੇ ਸਕੂਲ ਇੱਕੋ ਹੀ ਹੈ। ਹੁਣ 4 ਆਂਗਨਵਾੜੀ ਵਰਕਰਾਂ ਤੇ 4 ਹੈਲਪਰਾਂ ਕਿਸ ਤਰ੍ਹਾਂ ਸਕੂਲ ਵਿੱਚ ਬੈਠੂਗੀਆਂ ਜਾ ਕੇ ਇੱਕ ਕਮਰੇ ਵਿੱਚ? ਤੇ ਇਸ ਕਰਕੇ ਵੀ ਸਾਨੂੰ ਸਰਕਾਰ ਪਰ ਪੂਰਾ ਡਾਊਟ ਹੈ ਕਿ ਉਹਨਾਂ ਨੇ 3 ਨੂੰ ਘਰ ਨੂੰ ਛੁੱਟੀ ਕਰਕੇ ਤੇ ਉਹਦੇ ਨਾਲ 1 ਨੂੰ ਰੱਖਣਾ ਹੈ, ਕਿਉਂਕਿ ਹਰ ਵਰਗ ਵਿੱਚ ਇਹ ਛੰਟੀ ਕਰਨੇ ਨੂੰ ਤੁਲੀ ਹੋਈ ਹੈ ਤੇ ਸਾਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਹੈਗਾ। ਸੈਂਟਰ ਸਰਕਾਰ ਤੋਂ ਬਿਲਡਿੰਗਾਂ ਦੇ ਵੀ ਮਤਲਬ ਕਿ ਇੱਕ ਜਾਰੀ ਹੁੰਦਾ ਬਜਟ ਕਿ ਆਂਗਨਵਾੜੀ ਸੈਂਟਰਾਂ ਦੀ ਬਿਲਡਿੰਗ ਸਰਕਾਰ ਵੱਲੋਂ ਬਣਾਈ ਜਾਂਦੀ ਹੈ, ਪਰ ਸਾਨੂੰ ਪਿੰਡਾਂ ਦੇ ਸਹਿਯੋਗ ਨਾਲ ਧਰਮਸ਼ਾਲਾਵਾਂ, ਗੁਰਦੁਆਰਾ, ਅਸੀਂ ਉੱਥੇ ਛੋਟੇ ਬੱਚਿਆਂ ਦੇ ਬੁਲਾ ਕੇ ਉਹਨਾਂ ਨੂੰ ਸੈਂਟਰ ਲਗਾਉਂਦੇ ਆ। ਸਰਕਾਰ ਨੇ ਫੈਸਲਾ ਇਹ ਕੀਤਾ ਸੀ ਨਾ ਕਿ ਸਕੂਲ ਵਿੱਚ ਜਾਣ ਦਾ, ਇਹ ਕੀਤਾ ਸੀ ਕਿ ਵੀ ਜਿਹੜੇ 3 ਤੋਂ 6 ਸਾਲ ਦੇ ਬੱਚੇ ਆਂਗਨਵਾੜੀ ਸੈਂਟਰਾਂ ਵਿੱਚ ਰਹਿਣਗੇ ਤੇ ਟੀਚਰ ਉਹਨਾਂ ਨੂੰ ਜਿਹੜੇ ਕਿ 1 ਘੰਟਾ ਪੜ੍ਹਾਉਣ ਆਉਂਗੇ 9 ਤੋਂ 10 ਤੱਕ ਪਲੇ ਰਾਹੀਂ ਤੇ ਸਰਦੀਆਂ ਵਿੱਚ 10 ਤੋਂ 11। ਪਰ ਬਿਲਕੁਲ ਉਲਟ ਹੋ ਰਿਹਾ ਹੈ ਤੇ ਇਹ ਬਿਲਕੁਲ ਮਤਲਬ ਕਿ ਸਰਕਾਰ ਨੇ ਫੈਸਲਾ ਕੀਤਾ ਸੀ ਉਹਦੇ ਪਰ ਬਿਲਕੁਲ ਨਹੀਂ ਖੜੇ। ਸਿਰਫ ਕੇਵਲ ਕ੍ਰਿਸ਼ਨ ਜੀ ਗੱਲਾਂ ਕਰਦੇ ਆ। ਸਾਡੇ ਉੱਥੇ ਵੀ ਰੈਲੀ ਹੋ ਚੁੱਕੀ, ਸਾਨੂੰ ਅੰਦਰ 1 ਘੰਟਾ ਬੈਠ ਕੇ ਐਡਾ ਬੜਾ ਵਿਸ਼ਵਾਸ ਦਵਾਇਆ ਕਿ ਕੱਲ ਨੂੰ ਮੈਂ ਸਾਰੇ ਟੀਚਰਾਂ ਨੂੰ ਬੁਲਾ ਕੇ ਮੀਟਿੰਗ ਕਰੂੰਗਾ, ਪਰ ਜੋ ਅਗਲੇ ਦਿਨ ਉਹਨਾਂ ਨੇ ਕੀਤਾ ਬਿਲਕੁਲ ਉਲਟ ਕੀਤਾ ਹੈ। ਪਲੇਵੇ ਰਾਹੀਂ 14 ਨਵੰਬਰ ਨੂੰ ਚਾਚਾ ਨਹਿਰੂ ਦਾ ਜਨਮ ਦਿਨ ਮਨਾ ਕੇ
ਜਿੱਥੇ ਕਿ ਇਹਨਾਂ ਨੇ ਇੱਕੋ ਆਪਣਾ ਸਕੂਲ ਕੀਤਾ ਹੈ ਪ੍ਰੀ ਨਰਸਰੀ, ਉੱਥੇ ਆਂਗਣਵਾੜੀ ਸੈਂਟਰ ਵੀ ਨਹੀਂ ਹੈ ਸੀ 7 ਫੇਸ ਵਿੱਚ। ਮੰਨ ਲਓ ਕਿ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਆਂਗਣਵਾੜੀ ਸੈਂਟਰ ਵਿੱਚ ਕਰਾਂਗੇ ਪਲੇਵੇ ਸਕੂਲ, ਪਰ ਇਹਨਾਂ ਨੇ ਜਿੱਥੇ ਸਕੂਲ ਵੀ ਨਹੀਂ ਹੈ ਸੀ ਉੱਥੇ ਮੰਤਰੀ ਸਾਹਿਬ ਨੇ ਆ ਕੇ ਕੀਤਾ ਇਹ। ਤੇ ਉਹ ਸਾਰਾ ਜਿਹੜਾ ਕਿ ਮੁਲਾਜ਼ਮ ਮਜ਼ਦੂਰ ਦੁਖੀ ਹੈ। ਅਸੀਂ ਵੀ ਸਰਕਾਰ ਤੋਂ ਇਹੀ ਮੰਗ ਕਰ ਰਹੇ ਹਾਂ ਕਿ ਜਿਹੜਾ ਨਾਲ ਦਾ ਸੂਬਾ ਹਰਿਆਣਾ, ਉਹਨਾਂ ਨੇ 11,429 ਰੁਪਏ ਵਰਕਰਾਂ ਦੀ ਤੇ 5800 ਰੁਪਏ ਹੈਲਪਰਾਂ ਦੀ ਤਨਖਾਹ ਕੀਤੀ ਹੈ। ਤੇ ਅਸੀਂ ਤਾਂ ਸਿਰਫ ਹਰਿਆਣਾ ਪੈਟਰਨ ਮੰਗ ਰਹੇ ਹਾਂ। ਹਲੇ ਤਾਂ ਅਸੀਂ ਕਹਿੰਦੇ ਹੀ ਨਹੀਂ ਸਾਨੂੰ ਸਰਕਾਰੀ ਕਰੋ, ਪਰ 43 ਤੇ 44 ਲੇਬਰ ਕਮਿਸ਼ਨ ਦੀਆਂ ਸਿਫਾਰਿਸ਼ਾਂ ਜੋ ਕਿ ਦਿੱਲੀ ਵਿੱਚ ਇਹ ਹੋਈ ਹੈ, ਜਿਹਦੇ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਇਹਦੇ ਚੇਅਰਮੈਨ ਸੀਗੇ, ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਅਸੀਂ 43-44 ਲੇਬਰ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਕੇ ਮਿਨੀਮਮ ਦੇ ਘੇਰੇ ਵਿੱਚ ਲਿਆਉਂਗੇ ਤੇ ਇਹਨਾਂ ਨੂੰ ਮਜ਼ਦੂਰਾਂ ਵਾਂਗ ਜਿੰਨੀ ਮਜ਼ਦੂਰ ਨੂੰ ਮਿਲਦੀ ਹੈ ਉਹ 300-400 ਰੁਪਈਆ ਜੋ ਵੀ ਹੈਗੀ ਹੈ ਤਾਂ ਇਹਨਾਂ ਨੂੰ ਉਹ ਦਵਾਂਗੇ। ਠੀਕ ਹੈ, ਉਹ ਤਾਂ ਹਜੇ ਦੂਰ ਦੀ ਗੱਲ ਹੈ, ਤੁਸੀਂ ਹਰਿਆਣੇ ਲਈ ਮੰਗ ਰਹੀ ਹੋ, ਉਹ ਵੀ ਸਰਕਾਰ ਨਹੀਂ ਦੇ ਪਾ ਰਹੀ। ਠੀਕ ਹੈ ਸ਼ਰਮਾ ਜੀ, ਆਖਰੀ ਸਵਾਲ, ਹੁਣ ਭਰੋਸਾ ਦਵਾਇਆ ਗਿਆ 2 ਅਪ੍ਰੈਲ ਨੂੰ ਮੀਟਿੰਗ ਹੋਏਗੀ, ਕਿੰਨੀ ਕੁ ਉਮੀਦ ਹੈ ਜੇ ਉਹ ਮੀਟਿੰਗ ਹੁੰਦੀ ਹੈ ਤਾਂ ਕੀ ਇਹ ਤੁਹਾਨੂੰ ਯਕੀਨ ਹੈ ਕਿ ਉਹ ਮੀਟਿੰਗ ਸਿਰੇ ਚੜੇਗੀ, ਜੋ ਤੁਹਾਡੀਆਂ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ, ਜੇ ਨਾ ਮੰਨੀਆਂ ਗਿਆ ਫਿਰ ਕੀ ਹੋਏਗਾ? ਸਰ ਮੀਟਿੰਗ ਹੋਏਗੀ ਐਸੀ ਉਮੀਦ ਬਿਲਕੁਲ ਘੱਟ ਆ। ਕੁਝ ਗੱਲਾਂ ਤੇ ਇਹ ਆ, ਪਹਿਲੀ ਗੱਲ ਤੇ ਇਹ ਆ ਵੀ ਸਰਕਾਰ ਸਾਡੀ ਪਹਿਲੀ ਮੰਗ ਹੈ ਕਿ ਸਰਕਾਰ ਸਾਡੀ ਮੰਗ ਸੁਣੇ। ਅਜੇ ਮੰਗਾਂ ਸੁਣਾਉਣ ਦਾ ਮਤਲਬ ਵੀ ਸਾਡਾ ਪਲੇਟਫਾਰਮ ਹੀ ਸੈੱਟ ਨਹੀਂ ਹੋਇਆ, ਬਾਕੀ ਗੱਲਾਂ ਦੇ ਮੰਗਾਂ ਦੀ ਫੇਰ ਕਰਾਂਗੇ। ਦੂਸਰੀ ਗੱਲ ਇਹ ਹੈਗੀ ਆ ਵੀ ਜੇ ਸਰਕਾਰ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮਾਂ ਦੀ ਅਧਿਆਪਕਾਂ ਦੀਆਂ ਮੰਗਾਂ ਨਹੀਂ ਸੁਣਦੀਆਂ ਤੇ ਉਸ ਤੋਂ ਬਾਅਦ ਜਿਵੇਂ ਕਿ ਲੁਧਿਆਣੇ ਵਿੱਚ ਇੱਕ ਪ੍ਰੋਟੈਸਟ ਹੋਇਆ ਆ, ਇਹ ਤੁਸੀਂ ਪੰਜਾਬ ਦੇ ਕੋਨੇ-ਕੋਨੇ ਵਿੱਚ ਇਸ ਨੂੰ ਲੋਕ ਲਹਿਰ ਬਣੀ ਹੋਈ ਦੇਖੋਗੇ ਤੇ ਉਸ ਸਮੇਂ ਸਰਕਾਰ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਉਹ ਭੁਗਤਾਨ ਹੈ ਉਹ ਕਰਨਾ ਪਵੇਗਾ। ਸੋ ਅਸੀਂ ਇਹੀ ਮੰਗ ਕਰਦੇ ਹਾਂ ਕਿ ਪਿੱਛੇ ਸਰਕਾਰ ਲਾਸਟ ਸਰਕਾਰ ਤੋਂ ਮੁਲਾਜ਼ਮਾਂ ਨੇ ਤੇ ਅਧਿਆਪਕਾਂ ਨੇ ਲੜ ਕੇ ਇੱਕ ਐਕਟ ਬਣਵਾਇਆ ਸੀ, ਸਰਕਾਰ ਉਹ ਬੜਾ ਪ੍ਰੋਪਰ ਐਕਟ ਬਣਿਆ ਹੋਇਆ, ਸਾਰਾ ਕੁਝ ਕੰਪਲੀਟ ਹੈ ਉਸ ਵਿੱਚ, ਕੋਈ ਉਸ ਵਿੱਚ ਚੀਰ ਫਾੜ ਦੀ ਲੋੜ ਨਹੀਂ ਹੈਗੀ, ਉਸ ਨੂੰ ਐਨ ਆਰਾਮ ਨਾਲ ਲਾਗੂ ਕਰ ਸਕਦੀ ਆ। ਵਿਧਾਨ ਸਭਾ ਦਾ ਪਾਰਿਤ ਕੀਤਾ ਹੋਇਆ ਐਕਟ ਆ, ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਸਾਡੀ ਮੰਗ ਆ ਤੇ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਪੇ ਪ੍ਰੋਟੈਕਟ ਕਰਕੇ ਸਾਡੀ ਮੰਗ ਹੈ। ਬਹੁਤ ਬਹੁਤ ਧੰਨਵਾਦ ਤਿੰਨੇ ਮਹਿਮਾਨਾਂ ਦਾ, ਔਰ ਉਮੀਦ ਅਸੀਂ ਇਹੀ ਕਰਦੇ ਹਾਂ ਕਿ ਜੇ ਉਹ ਤੁਹਾਨੂੰ ਭਰੋਸਾ ਦਵਾਇਆ ਗਿਆ ਇਨ ਬਿਨ ਹੋਵੇ ਹੋਵੇ। 2 ਅਪ੍ਰੈਲ ਨੂੰ ਇਹਨਾਂ ਨੂੰ ਕਿਹਾ ਗਿਆ ਕਿ ਮੀਟਿੰਗ ਹੋਏਗੀ ਸੀਐਮ ਸਾਹਿਬ ਦੇ ਨਾਲ, ਔਰ ਮੀਟਿੰਗ ਸਿਰੇ ਚੜ੍ਹਦੀ ਹੈ ਜਾਂ ਨਹੀਂ ਚੜ੍ਹਦੀ, ਜਾਂ ਹੁੰਦੀ ਹੈ ਜਾਂ ਨਹੀਂ ਹੁੰਦੀ, ਇਹ ਵੀ ਵੇਖਣਾ ਹੋਏਗਾ। ਪਰ ਇਹ ਆਪਣੇ ਗੱਲ ਤੇ ਡਟੇ ਹੋਏ ਨੇ ਕਿ ਜੇ ਇਹਨਾਂ ਦੀਆਂ ਮੰਗਾਂ ਨਾ ਪ੍ਰਵਾਨ ਹੋਈਆਂ ਤਾਂ ਲੁਧਿਆਣੇ ਵਰਗੇ ਦ੍ਰਿਸ਼ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਦੁਬਾਰਾ ਦਿਖਣਗੇ। ਇੱਕ ਛੋਟੇ ਜਿਹੇ ਹੋਰ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਹਾਂ, ਇੱਕ ਹੋਰ ਮੁੱਦੇ ਤੇ ਚਰਚਾ ਕਰਾਂਗੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਕਿਵੇਂ ਟੀਚਰਸ ਹੋਣ, ਭਾਵੇਂ ਆਂਗਨਵਾੜੀ ਵਰਕਰ ਹੋਣ, ਭਾਵੇਂ ਕੰਪਿਊਟਰ ਅਧਿਆਪਕ ਹੋਣ, ਸਾਰੇ ਹੀ ਸੜਕਾਂ ਤੇ ਉਤਰੇ ਹੋਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਹੋਰ ਵੀ ਵਿਰੋਧ ਪ੍ਰਦਰਸ਼ਨ ਕਰ ਸਕਦੀਆਂ ਨੇ, ਕਿਉਂਕਿ ਬਜਟ ਦੇ ਵਿੱਚ ਜਿਹੜੀ ਇੱਕ ਐਲੋਕੇਸ਼ਨ ਰੱਖੀ ਗਈ ਹੈ 200 ਰੁਪਏ ਮਹੀਨਾ, ਜੋ ਵੀ ਇਨਕਮ ਟੈਕਸ ਪੇ ਕਰਦਾ ਹੈ ਉਸ ਨੂੰ 200 ਰੁਪਏ ਮਹੀਨਾ ਜਿਹੜਾ ਉਹ ਹੋਰ ਇਨਕਮ ਟੈਕਸ ਪੇ ਕਰਨਾ ਪਏਗਾ, ਯਾਨੀ ਕਿ 2400 ਰੁਪਏ ਸਾਲਾਨਾ, ਜਿਸ ਦੀ ਮੁਖਾਲਫਤ ਵੱਡੇ ਪੱਧਰ ਤੇ ਹੋ ਰਹੀ ਹੈ। ਜਿਹੜੇ ਆਮਦਨ ਕਰ ਭਰਦੇ ਨੇ ਕਹਿੰਦੇ ਨੇ ਕਿ ਅਸੀਂ ਤਾਂ ਇਮਾਨਦਾਰੀ ਨਾਲ ਆਮਦਨ ਕਰ ਭਰ ਰਹੇ ਹਾਂ, ਜਿਨ੍ਹਾਂ ਦੇ ਵਿੱਚ ਮੁਲਾਜ਼ਮ ਵਰਗ ਸਭ ਤੋਂ ਵੱਡਾ ਹੈ, ਉਹ ਕਹਿੰਦਾ ਸਾਨੂੰ ਹੋਰ ਨਿਚੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਲੋਕ ਜਿਹੜੇ ਇਨਕਮ ਟੈਕਸ ਨਹੀਂ ਭਰਦੇ ਜਾਂ ਘੱਟ ਭਰਦੇ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ, ਕਿੰਨਾ ਕੁ ਜ਼ਰੂਰੀ ਤੇ ਕਿੰਨਾ ਕੁ ਵਾਜਬ ਹੈ ਇਹ ਟੈਕਸ। ਸਰਕਾਰ ਜਦੋਂ ਇਹ ਕਹਿੰਦੀ ਹੈ ਕਿ ਖਜ਼ਾਨਾ ਖਾਲੀ ਹੈ, ਫਿਰ ਸਰਕਾਰ ਨੂੰ ਵਸੀਲੇ ਬਣਾਉਣੇ ਹੀ ਪੈਣੇ ਨੇ ਔਰ ਵਸੀਲੇ ਇਸੇ ਤਰ੍ਹਾਂ ਹੀ ਬਣਨਗੇ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਈਏ, ਫਿਰ ਅੱਗੇ ਵਧਦੇ ਹਾਂ। ਸਾਡੇ ਨਾਲ ਪ੍ਰੋਫੈਸਰ ਰੌਣਕੀ ਰਾਮ ਜੀ ਮੌਜੂਦ ਨੇ, ਸਿਆਸੀ ਮਾਹਰ ਨੇ ਔਰ ਲੋਕਾਂ ਦੀ ਨਬਜ਼ ਚੰਗੀ ਤਰ੍ਹਾਂ ਸਮਝਦੇ ਨੇ। CMA ਅਨਿਲ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ, ਇਹ ਗਣਿਤ ਦਾ ਸਾਰਾ ਸਿਸਟਮ ਇਹ ਸਾਨੂੰ ਸਮਝਾਣਗੇ। ਔਰ ਟਾਈਗਰ ਚੰਡੋਕ ਸਾਹਿਬ ਮਾਰਕੀਟ ਮਾਹਿਰ ਨੇ। ਚੰਡੋਕ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰਾਂਗਾ। ਸਾਫ਼ ਸ਼ਬਦਾਂ 'ਚ ਅਤੇ ਸਰਲ ਸ਼ਬਦਾਂ 'ਚ ਸਮਝਾਓ, ਇਹ ਪ੍ਰੋਫੈਸ਼ਨਲ ਟੈਕਸ ਹੈ ਕੀ ਹੈ ਔਰ ਕਿਹਨੂੰ ਕਿਹਨੂੰ ਭਰਨਾ ਪਏਗਾ? देखो, जो सरकार ने हले पेशगी की है, इन्होंने आंध्र प्रदेश, महाराष्ट्र ते गुजरात का मॉडल उठाया है, जिथे वो इनकम टैक्स पेईज ने उन्होंने थोड़ा जिहा एक्स्ट्रा बर्डन दे के अपनी सोशल वेलफेयर स्कीम्स ते बाकी चलाने दा मतलब कहते खिलाफत यही करदियां ने, प्रपोज तो यही करदियां ने कि वो उन्होंने चलांदियां ने। बट पंजाब दे बारे जे गल करिए तो उन्होंने ये प्रपोज किया कि 150 करोड़ टैक्स इकट्ठा होएगा। बड़ी इंटरेस्टिंग जी गल है, जे 150 करोड़ इकट्ठा होंदा इहदा मतलब हर महीने की गल हो रही 12.5 करोड़ की। 12.5 करोड़ नूं जे मैं 200 नाल डिवाइड करा तो 6,25,000 इनकम टैक्स पई ने पंजाब दे विच, यानी कि तकरीबन पंजाब की 2% पॉपूलेशन ही टैक्स देंदी है।
ਹੁਣ ਜਿਹੜੀ ਸਾਨੂੰ ਤਾਂ ਇਨਕਰੇਜ ਕਰਨਾ ਚਾਹੀਦਾ ਕਿ ਲੋਕੀ ਹੋਰ ਇਨਕਮ ਟੈਕਸ ਭਰਨ, ਪਰ ਜੇ ਐਦਾਂ ਉਹਨਾਂ ਦੇ ਉੱਤੇ ਹੁਣ ਫੋਰ ਐਗਜ਼ਾਮਪਲ ਕੋਈ 5% ਦੇ ਸਲੈਬ ਤੋਂ ਆਂਦਾ 2.5 ਲੱਖ ਤੋਂ 5 ਲੱਖ, ਜਿਹੜਾ ਬੰਦਾ 12,500 ਰੁਪਏ ਵੈਸੇ ਦੇ ਰਿਹਾ ਹੈ ਉਹਨੂੰ ਤਾਂ ਤਕਰੀਬਨ 2400 ਜਾਂ 2500 ਰੁਪਏ ਹੋਰ ਉਹਨੂੰ ਟੈਕਸ ਪੈ ਗਿਆ। ਤੇ ਮੇਰੇ ਖਿਆਲ ਨਾਲ ਜਿਹੜਾ ਆਮ ਬੰਦਾ ਉਹਦੇ ਉੱਤੇ ਤਾਂ ਕਾਫੀ ਜ਼ਿਆਦਾ ਬਜਟ ਆ ਜਾਏਗਾ, ਔਰ 150 ਕਰੋੜ ਸ਼ਾਇਦ ਇੰਨਾ ਵੱਡਾ ਅਮਾਉਂਟ ਹੀ ਸਰਕਾਰ ਇਨਕਮ ਐਕਸਾਈਜ਼ ਵਧਾ ਦਿੰਦੀ ਲਿਕਰ ਦੇ ਉੱਤੇ, ਉਹ ਉਲਟਾ ਪ੍ਰਾਈਸਿਸ ਉਹਨਾਂ ਨੇ ਘਟਾਏ ਨੇ ਤੇ ਐਕਸਾਈਜ਼ ਉੱਥੇ ਵਧਾ ਦਿੰਦੀ, ਲੋਕੀ ਸ਼ਾਇਦ ਮਾਈਂਡ ਵੀ ਨਾ ਕਰਦੇ ਔਰ ਚੀਜ਼ ਨਿਕਲ ਵੀ ਜਾਂਦੀ, ਔਰ ਉਹਨਾਂ ਦੇ ਸੋਸ਼ਲ ਬਜਟ 'ਚ ਕੋਈ ਹਾਰਮ ਵੀ ਨਹੀਂ ਹੋਣਾ ਸੀ, ਸਗੋਂ ਉਸ ਤੋਂ ਸ਼ਾਇਦ 500-600 ਕਰੋੜ ਕਰ ਸਕਦੀ ਸੀ। ਪਰ ਜੇ ਸਰਕਾਰ ਅਸੀਂ ਕੱਲ ਜੇ ਡਿਬੇਟ ਕੀਤੀ ਸੀ ਉਹਦੇ 'ਚ ਕਾਂਗਰਸ ਦੇ ਬੁਲਾਰੇ ਨੇ ਕਿਹਾ ਸੀਗਾ 200 ਰੁਪਏ ਮਹੀਨਾ ਨਾਲ ਕੋਈ ਖਾਸ ਫਰਕ ਨਹੀਂ ਪੈਣ ਲੱਗਾ, ਤੁਸੀਂ ਰੋਜ਼ ਦੇ 3-4 ਰੁਪਏ 5 ਰੁਪਏ ਬੜੇ ਈਜ਼ੀਲੀ ਕੱਢ ਸਕਦੇ ਹੋ, ਜੇ ਉਸ ਪੈਸੇ ਨਾਲ ਸਰਕਾਰ ਦੇ ਇੱਕ ਸੈਕਟਰ ਦਾ ਭਲਾ ਹੁੰਦਾ ਔਰ ਉਹ ਆਮ ਲੋਕਾਂ 'ਚ ਵੰਡਿਆ ਜਾਣਾ, ਫਿਰ ਦਿੱਕਤ ਕੀ ਹੈ? ਬਿਲਕੁਲ ਠੀਕ ਗੱਲ ਹੈ ਜੀ। ਦੇਖ, ਦੋ ਨਜ਼ਰੀਏ ਨੇ, 200 ਵੀ ਕੋਈ ਕਿਸੇ ਲਈ ਬਹੁਤ ਜ਼ਿਆਦਾ ਨਹੀਂ, ਕਿਸੇ ਲਈ 2000 ਵੀ ਕੁਝ ਨਹੀਂ ਹੈ, ਇਹ ਤਾਂ ਇੱਕ ਪਰਸਪੈਕਟਿਵ ਹੈ ਜੀ। ਪਰ ਪੁਆਇੰਟ ਇਹ ਹੈ ਕਿ ਜੇ ਅਸੀਂ ਜਨਰਲ ਪੋਪੂਲੇਸ਼ਨ ਦੇਖੀਏ, ਜੇ 6,25,000 ਵਿੱਚੋਂ ਸਾਡਾ 1 ਲੱਖ ਰੁਪਏ ਅਮੀਰ ਬੰਦਾ ਸਾਈਡ ਤੇ ਕਰ ਦੋ, ਇਹ ਤਾਂ 5 ਲੱਖ ਜਾਂ 5,25,000 ਬੰਦਾ ਜਿਹੜਾ ਕਿ ਪੰਜਾਬ ਗਵਰਨਮੈਂਟ ਦਾ EMPLOYE ਹੈ, ਪ੍ਰਾਈਵੇਟ ਸੈਕਟਰ ਦਾ EMPLOYE, ਜਿਹੜਾ ਵਿਲਫੁਲੀ ਅੱਜ ਇਨਕਮ ਟੈਕਸ ਭਰ ਰਿਹਾ ਹੈ, ਉਹ ਕਹੇਗਾ ਜੀ ਮੈਨੂੰ ਇਨਕਮ ਟੈਕਸ ਭਰ ਕੇ ਕੀ ਮਿਲੇ, ਮੈਂ ਤਾਂ ਹੁਣ 2.5 ਲੱਖ ਤੋਂ ਉੱਤੇ ਇਨਕਮ ਦਿਖਾਵਾਂਗਾ ਹੀ ਨਹੀਂ। ਪਰ ਜਿਹੜਾ ਸੈਲਰੀਡ ਬੰਦਾ ਉਹਦੇ ਕੋਲ ਕੀ ਆਪਸ਼ਨ ਹੈ? ਉਹਦੀ ਤਾਂ ਪਿੱਛੋਂ TDS ਕੱਟ ਕੇ ਤਨਖਾਹ ਆਣੀ ਹੈ। ਨਾਲੇ ਫਿਰ ਉਹ ਇਹ ਪੁੱਛਦੇ ਨੇ, ਸਾਰਾ ਸਿਟੀਜ਼ਨ ਜਿਹੜਾ ਸਟੇਟ ਦਾ ਇਹ ਪੁੱਛਦਾ ਹੈ ਕਿ ਮੇਰੀ ਭਲਾਈ ਲਈ ਕੀ ਹੋਇਆ। ਉਹ 1 ਸਾਲ ਆਫਟਰ ਆਲ ਸਰਕਾਰ ਨੂੰ ਹੋ ਗਿਆ, ਹੋਰ ਸਰਕਾਰਾਂ ਨੂੰ ਵੀ ਹੋ ਗਿਆ। ਮੇਰੇ ਖਿਆਲ ਇਹ ਟੈਕਸ ਜਿਹੜਾ ਬਰਡਨ ਲੋਕਾਂ ਨੂੰ ਫੀਲ ਜ਼ਰੂਰ ਹੋਏਗਾ। ਗੱਲ 200 ਰੁਪਏ ਦੀ ਨਹੀਂ ਹੈ, ਜਾਂ ਤੇ ਇਹ ਹੈ ਕਿ ਸਰਕਾਰ 200 ਰੁਪਏ ਤੋਂ ਸ਼ੁਰੂ ਕਰ ਰਹੀ ਹੈ, ਕੱਲ ਇਹਨੂੰ 300 ਵੀ ਬਣਾਏਗੀ, 500 ਵੀ ਬਣਾਏਗੀ, ਕਿਉਂਕਿ ਚੀਜ਼ ਸਟਾਰਟ ਕਰਨ ਦੀ ਹੁੰਦੀ, ਹੋ ਸਕਦਾ ਕੱਲ ਪ੍ਰੈਸ਼ਰ ਬਹੁਤ ਪਿਆ ਉਹਨਾਂ ਦੀ ਸਟੇਟ ਵਿਧਾਨ ਸਭਾ 'ਚ ਇਹਨੂੰ 200 ਦਾ 100 ਕਰ ਦੇਣ, ਪਰ ਇੱਕ ਚੀਜ਼ ਸਟਾਰਟ ਹੋ ਜਾਂਦੀ ਹੈ, ਉਹ ਫਿਰ 100 ਦੀ 200 300 ਕਦੋਂ ਹੁੰਦੀ ਪਤਾ ਤਾਂ ਨਹੀਂ ਲੱਗਦਾ। ਰੌਣਕੀ ਰਾਮ ਜੀ, ਵਾਰ-ਵਾਰ ਸਰਕਾਰ ਇਹ ਕਹਿੰਦੀ ਹੈ ਕਿ ਖਜ਼ਾਨਾ ਖਾਲੀ ਹੈ, ਵਸੀਲੇ ਸਾਡੇ ਕੋਲ ਹੈ ਨਹੀਂ ਹੈ, ਸਬਸਿਡੀਆਂ ਅਸੀਂ ਦੇਣੀਆਂ, ਫਿਰ ਵਸੀਲੇ ਤਾਂ ਕਰਨੇ ਹੀ ਪੈਣੇ ਨਾ। ਜੇ 200 ਰੁਪਏ ਮਹੀਨੇ ਦਾ ਵਜਨ ਅਸੀਂ ਮੁਲਾਜ਼ਮਾਂ ਤੇ ਪਾ ਰਹੇ ਹਾਂ ਜਾਂ ਇਨਕਮ ਟੈਕਸ ਵਹੀ ਤੇ ਪਾ ਰਹੇ ਹਾਂ, ਤਾਂ ਫਿਰ ਇੰਨਾ ਵਾਦ ਵਿਵਾਦ ਕਿਉਂ ਆ? ਹਰਪ੍ਰੀਤ, ਸਾਨੂੰ ਬਹੁਤ ਧਿਆਨ ਨਾਲ ਇਹ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਪੈਣੀ ਆ, ਕਿਉਂਕਿ ਇਹ ਮੁੱਦੇ, ਜਦੋਂ ਵੀ ਕੋਈ ਮੁੱਦਾ ਉੱਠਦਾ ਉਹਨੂੰ ਇੱਕ ਤਾਂ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਂਦਾ ਹੈ, ਉਹਦੇ ਪ੍ਰੋਸ ਤੇ ਕੌਨਸ ਦਿਖਦੇ ਨੇ। ਜਦੋਂ ਅਸੀਂ ਕਿਸੇ ਸੂਬੇ ਦੀ ਉਹਦੇ ਆਰਥਿਕਤਾ ਦੀ ਗੱਲ ਕਰਦੇ ਹਾਂ ਤੇ ਸਾਨੂੰ 70 ਸਾਲ ਤੋਂ ਵੱਧ ਹੁਣ ਸਮੇਂ ਹੋ ਗਿਆ ਆਜ਼ਾਦ ਹੋਇਆਂ ਨੂੰ, ਜੇ ਅਸੀਂ ਆਪਣੇ ਆਪ ਨੂੰ ਅੱਜ ਕੱਲ੍ਹ ਅਸੀਂ ਡਿਵੈਲਪਿੰਗ ਨਹੀਂ, ਤਕਰੀਬਨ ਡਿਵੈਲਪਡ ਇਕੋਨਮੀ ਵੀ ਕਹਿਣਾ ਸ਼ੁਰੂ ਕੀਤਾ ਕੁਛ ਮਾਹਰਾਂ ਨੇ, ਪਰ ਹਜੇ ਤਾਂ ਡਿਵੈਲਪਿੰਗ ਇਕੋਨਮੀ ਹੈਗੇ ਆ। ਅਸੀਂ ਆਪਣੇ ਆਪ ਨੂੰ ਗਿਣਦੇ ਹਾਂ ਕਿ ਅਸੀਂ ਚੰਗੇ ਵਿਕਸਿਤ ਦੇਸ਼ਾਂ ਦੇ ਨਾਲ ਹੁਣ ਅਸੀਂ ਕਹਿ ਸਕਦੇ ਹੈਗੇ ਆ, ਕਿਉਂਕਿ ਸਾਡਾ ਇਹ ਵੱਧ ਰਿਹਾ ਹੈਗਾ, ਸਾਡੀ ਇੰਨੀ ਪਰ ਕੈਪੀਟਲ ਇਨਕਮ ਹੈ। ਜਿਵੇਂ ਸਵਾਲ ਪੈਦਾ ਇਹ ਹੁੰਦਾ ਹੈ ਕਿ ਅਸੀਂ 110 ਕਰੋੜ ਤੋਂ ਉੱਤੋਂ ਦੀ ਪਾਪੂਲੇਸ਼ਨ ਹੈ, ਉਹ 3 ਕਰੋੜ ਪੰਜਾਬ ਦੀ ਪਾਪੂਲੇਸ਼ਨ ਵਾਲੇ ਲੋਕ ਹੈਗੇ, ਔਰ ਦੇਖਿਆ ਜਾਵੇ ਇਹਦੇ ਵਿੱਚ ਅਗਰ ਬਿਲੋ ਪਾਵਰਟੀ ਲਾਈਨ ਦੀ ਜਿਹੜੀ ਸੰਖਿਆ ਹੈ ਉਹ ਕੁਝ ਘੱਟ ਹੈ, ਬਾਕੀ ਜਿਹੜੀ ਸੰਖਿਆ ਹੈ ਉਹ 60% ਤੁਸੀਂ ਮੰਨ ਲਓ ਕਿ ਅਬਵ ਪਾਵਰਟੀ ਲਾਈਨ ਹੈਗੀ। ਲੇਕਿਨ ਉਹ ਸਾਰੀ ਸੰਖਿਆ ਤੋਂ, ਜਿੱਦਾਂ ਚੰਦੋਕ ਸਾਹਿਬ ਨੇ ਕਿਹਾ ਹੈਗਾ, ਪੰਜਾਬ ਦੇ ਵਿੱਚ ਤਾਂ ਕੁਝ ਲੱਖੇ ਦੇ ਰਹੇ ਨੇ, ਤਾਂ ਭਾਰਤ ਵਿੱਚ ਵੀ ਕੁਝ ਕਰੋੜੇ ਦੇ ਰਹੇ ਨੇ, ਉਹ ਬੜੇ ਥੋੜੇ ਕਰੋੜ ਦੇ ਰਹੇ ਨੇ। ਹੁਣ ਕੀ ਇਸ ਜਿਹੜੇ ਥੋੜੇ ਕਰੋੜ ਨੇ, ਇਹ ਬਾਕਿਆ ਹੀ ਉਹ ਬੰਦੇ ਨੇ ਜਿਨ੍ਹਾਂ ਕੋਲ ਕੋਈ ਵੀ ਤਰੀਕਾ ਨਹੀਂ ਹੈਗਾ ਆਪਣੀ ਧਨ ਨੂੰ ਲੁਕਾਉਣ ਲਈ, ਤਾਂ ਉਹਦੇ ਤੇ ਦੇ ਰਹੇ ਨੇ। ਕੁਝ 10% ਸਲੈਬ ਹੈ, ਕੋਈ 20% ਸਲੈਬ ਹੈ, ਕੁਝ 30% ਸਲੈਬ ਹੈ, ਉਹ ਦੇ ਰਹੇ ਨੇ। ਪਰ ਜਿਹਨਾਂ ਨੂੰ 30% ਸਲੈਬ ਹੈ ਉਹ ਕਹਿੰਦੇ ਆ ਕਿ ਸਾਡਾ ਤਾਂ ਬਹੁਤ ਹੀ ਇਸ ਦੇ ਰਹੇ ਆ, ਹੁਣ ਸਾਡੇ ਤੇ 200 ਹੋਰ ਲਾਤਾ ਗਿਆ ਹੈ। ਪਰ ਸਵਾਲ ਪੈਦਾ ਇਹ ਹੁੰਦਾ ਕਿ ਜੇ ਤੁਸੀਂ ਦੇਖੋਗੇ ਸੋਸ਼ਲ ਡੈਮੋਕ੍ਰੇਸੀ ਨੂੰ, ਸਕੈਂਡੀਨੇਵੀਅਨ ਕੰਟਰੀ, ਕਿ ਮੈਂ ਉੱਥੇ ਰਹਿ ਕੇ ਆਇਆ, 2 ਸਾਲ ਰਹਿ ਕੇ ਆਇਆ, ਉਹਨਾਂ ਲੋਕਾਂ ਦੇ ਵਿੱਚ ਉਹਨਾਂ ਲੋਕਾਂ ਦੇ 70% ਟੈਕਸ ਜਾਂਦਾ ਹੈਗਾ, 70% ਚੰਦੋਕ ਸਾਹਿਬ ਦੱਸਣਗੇ। ਮੈਂ ਜਾਪਾਨ ਜਾ ਕੇ ਆਇਆ, ਜਾਪਾਨ ਦੇ ਵਿੱਚ ਲੋਕੀ ਜਿਹੜੇ ਹੈਗੇ ਨਾ, ਉਹਨਾਂ ਦੀ ਸੇਵਿੰਗ ਬਹੁਤ ਹੈ, ਉਹਨਾਂ ਦੀ ਹੁਣ ਲੋਕੀ ਕਿਤੇ ਪੈਸਾ ਖਰਚੋ, ਤੁਸੀਂ ਪੈਸਾ ਖਰਚੋ, ਉਹ ਸੇਵਿੰਗ ਕਰਦੇ ਨੇ, ਟੈਕਸ ਵੀ ਦਿੰਦੇ ਨੇ। ਹੁਣ ਸਵਾਲ ਪੈਦਾ ਹੁੰਦਾ ਕਿ ਜੇ ਟੈਕਸ ਦਿੰਦੇ ਨੇ, ਉਸ ਟੈਕਸ ਨੂੰ ਜੇ ਉਹ ਟੈਕਸ ਸਰਕਾਰ ਦੇ ਕੋਲ ਗਿਆ, ਅਗਰ ਲੋਕਾਂ ਨੂੰ ਇਹ ਵਿਸ਼ਵਾਸ ਹੈ ਇਸ ਟੈਕਸ ਨੇ ਮੇਰੇ ਪਿੰਡ 'ਚ ਸੀਵਰੇਜ ਪਾਉਣਾ, ਇਸ ਟੈਕਸ ਨੇ ਮੇਰੇ ਆਲੇ ਦੁਆਲੇ ਤੋਂ ਜਿਹੜਾ ਕੂੜਾ ਇਕੱਠਾ ਹੋਇਆ ਉਹ ਮਿਊਨਿਸਪਲ ਕਮੇਟੀ ਨੇ ਚੱਕ ਕੇ ਲੈ ਜਾਣਾ, ਉੱਥੇ ਮੁਸ਼ਕ ਨਹੀਂ ਪੈਣਾ, ਇਸ ਟੈਕਸ ਨੇ ਜੇ ਕਜੌਲੀ ਵਾਟਰ ਬਾਕਸ 'ਚ ਪਾਣੀ ਅੜ ਗਿਆ ਉਹਨਾਂ ਦੇ ਪਾਣੀ ਠੀਕ ਕਰ ਦੇਣਾ, ਤਾਂ ਉਹ ਹੱਸ ਕੇ ਦੇਣਗੇ।
ਤਾਂ ਜੇ ਉਹਨਾਂ ਨੂੰ ਲੱਗੂਗਾ ਇਹ ਟੈਕਸ ਨੇ ਲੱਗ ਕੇ ਇੱਕ ਹੋਰ ਟੋਲ ਟੈਕਸ ਲੱਗ ਜਾਣਾ, ਉਹ ਰੋਡ ਟੈਕਸ ਵੀ ਦੇ ਰਿਹਾ, ਜਿੱਧਰ ਗੱਡੀ ਲੈਂਦਾ ਰੋਡ ਟੈਕਸ ਉਧਰ ਪੂਰਾ ਦੇ ਕੇ ਜਾਂਦਾ ਤੇ ਉਹਨੂੰ ਟੋਲ ਟੈਕਸ ਹੋਰ ਦੇਣਾ ਪੈ ਰਿਹਾ। ਉਹ ਕਹਿੰਦਾ ਕਿ ਇਹ ਜਿਹੜੇ ਰੋਹਿਤ ਤੇ ਰਾਜਦੀਪ ਦਾ ਇੱਕ ਨਵਾਂ ਸਿਸਟਮ ਚੱਲ ਪਿਆ, ਉਹਦੇ 'ਚ ਮੈਨੂੰ ਜਿੰਨੀ ਵਾਰੀ ਜਾਣਾ ਮੈਂ ਉਹਨੂੰ, ਜੇ ਹੁਸ਼ਿਆਰਪੁਰ ਮੇਰਾ ਸ਼ਹਿਰ ਵਾ, ਉੱਥੇ ਮੈਂ ਜਾਣਾ ਮੈਨੂੰ 250 ਦੇਣਾ ਪੈਣਾ, 200 ਰੁਪਏ ਦੇਣੇ ਪੈਣੇ ਆ ਹਰੇਕ ਸਫ਼ਰ ਦੇ ਉੱਤੇ। ਬੱਸ ਦਾ ਕਿਰਾਇਆ ਬੜਾ ਥੋੜਾ ਹੈ ਜੇ ਤੁਸੀਂ ਕਾਰ 'ਚ ਹਿੰਮਤ ਕਰਦੇ ਜਾਣ ਦੀ। ਤਾਂ ਹਾਲਾਤ ਇਹ ਹੈ ਕਿ ਅਸੀਂ ਕਿਵੇਂ ਇਹਨਾਂ ਚੀਜ਼ਾਂ ਨੂੰ ਸਮਝੀਏ। ਹਾਂ ਟੈਕਸ ਲਗਾਓ, ਪਰ ਉਹ ਟੈਕਸ ਵਾਸਤੇ ਲੋਕਾਂ 'ਚ ਪਹਿਲਾਂ ਵਿਸ਼ਵਾਸ ਤਾਂ ਪੈਦਾ ਕਰੋ ਵੀ ਇਹ ਟੈਕਸ ਤੁਹਾਡੇ ਤੇ ਲੱਗਣਾ ਬਾਹਰਲੇ ਮੁਲਕੀ ਟੈਕਸ ਤੇ ਲੱਗਦੇ ਨੇ। ਹੁਣ 200 ਰੁਪਏ ਦੀ ਗੱਲ ਨਹੀਂ ਹੈਗੀ, ਗੱਲ ਇਹ ਹੈ ਕਿ ਟੈਕਸ ਜਿਹੜਾ ਲਿਆ ਜਾਂਦਾ ਹੈ ਉਹ ਪ੍ਰੋਪਰ ਲੱਗਦਾ ਨਹੀਂ, ਉਹਨੂੰ ਤਾਂ 200 ਦੁਖੂਗਾ ਜਿਹਨੂੰ 200 ਕਹਿੰਦੇ ਆ। ਜੇ ਪਤਾ ਲੱਗੇਗਾ ਮੇਰਾ ਟੈਕਸ ਅੱਛੀ ਜਗ੍ਹਾ ਜਾਂਦਾ, ਬੰਦਾ ਹੋਰ ਵੀ ਕਰਦਾ ਹੈ। ਠੀਕ ਹੈ ਸ਼ਰਮਾ ਸਾਹਿਬ, ਜਦੋਂ ਵੀ ਇਨਕਮ ਟੈਕਸ ਭਰਨ ਦੀ ਗੱਲ ਆਉਂਦੀ ਹੈ, ਜਿਹੜਾ ਮੁਲਾਜ਼ਮ ਹੁੰਦਾ ਉਹਨੂੰ ਪਤਾ ਕਿ ਮੇਰਾ ਟੈਕਸ ਤੇ ਜਾਣਾ ਹੀ ਜਾਣਾ। ਵਪਾਰੀ ਵਰਗ ਕਿਤੋਂ ਨਾ ਕਿਤੋਂ ਕੰਨ ਮਰੋੜ ਕੇ ਇੱਧਰੋਂ ਉੱਧਰੋਂ ਕਰ ਲੈਂਦਾ, ਪਰ ਜਿਹੜਾ ਸੈਲਰੀਡ ਹੁੰਦਾ ਉਹਦੀ ਪੂਰੀ ਮਨਸ਼ਾ ਹੁੰਦੀ ਹੈ ਕਿ ਥੋੜੀ ਸੇਵਿੰਗ ਕਰਕੇ ਪੈਸਾ ਬਚਾਇਆ ਜਾਵੇ। ਤੁਹਾਨੂੰ ਲੱਗਦਾ ਕਿ ਮੁਲਾਜ਼ਮ ਵਰਗ ਦੇ ਇਹ 2400 ਰੁਪਈਆ ਸਾਲ ਦਾ ਵੀ ਉਹਨੂੰ ਚੁੱਭੇਗਾ? ਹਰਪ੍ਰੀਤ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਹੜਾ EMPLOYE ਵਰਗ ਹੈ ਜਿਹਦੇ ਕੋਲ ਫਿਕਸ ਸੈਲਰੀ ਆਉਂਦੀ ਹੈ, ਫਿਕਸ ਬਜਟ ਹੈ, ਗਵਰਨਮੈਂਟ ਦੇ ਰਾਹੀਂ ਪੈਸਾ ਆਉਂਦਾ ਜਾਂ ਕਾਰਪੋਰੇਟ ਸੈਕਟਰ ਤੋਂ ਵੀ ਕੋਲ ਪੈਸਾ ਆਉਂਦਾ, ਉਹ ਸੈਲਰੀ ਦੇ ਥਰੂ ਹੀ ਆਉਂਦਾ ਹੈ ਜੀ। ਤੇ ਸੈਲਰੀਡ ਪਰਸਨ ਜਿਹੜਾ ਪਿਓਰਲੀ ਸੈਲਰੀ ਕਲਾਸ ਹੈ ਉਹਦੇ ਤੋਂ ਡੈਫੀਨਿਟਲੀ ਜਿਹੜਾ 200 ਰੁਪਏ ਪਰ ਮੰਥ ਹੈ, ਕੁਐਸਚਨ 200 ਰੁਪਏ ਪਰ ਮੰਥ ਦਾ ਨਹੀਂ, ਕਿਉਂਕਿ ਜਿਹੜੀ ਇਨਕਮ ਟੈਕਸ 10% ਦੀ ਸਲੈਬ ਹੈ, 20% ਦੀ ਸਲੈਬ ਹੈ, 30% ਦੀ ਸਲੈਬ ਵਾਲਾ ਬੰਦਾ ਵੀ ਹੈ, ਉਹ 200 ਰੁਪਇਆ ਹੀ ਟੈਕਸ ਪੇ ਕਰੇਗਾ। ਤੇ ਜਿਹੜਾ 10% ਦੇ ਰਿਹਾ ਉਹ ਵਿਚਾਰੇ ਵਾਸਤੇ 200 ਰੁਪਏ ਬਹੁਤ ਵੱਡੀ ਚੀਜ਼ ਹੈ। ਜਿਹੜਾ 30% ਦੀ ਸਲੈਬ ਚਾਹ ਰਿਹਾ ਉਹਦੇ ਵਾਸਤੇ 200 ਰੁਪਏ ਹੋ ਸਕਦਾ ਨੋਮੀਨਲ ਅਮਾਊਂਟ ਹੋਵੇ। ਇਸ ਕਰਕੇ ਉਹ ਜਿਹੜੀ ਡਿਸਪੈਰਿਟੀ ਆ ਰਹੀ ਹੈ ਇਹਦੇ ਅੰਦਰ, ਉਹਦੇ 'ਚ ਡੈਫੀਨਿਟਲੀ ਪਬਲਿਕ ਨੂੰ ਇੱਕ ਸੋਚਣ 'ਚ ਮਜਬੂਰ ਕੀਤਾ ਜਾਏਗਾ ਕਿ ਸਰਕਾਰ ਸਾਡੇ ਨਾਲ ਧੋਖਾ ਤਾਂ ਨਹੀਂ ਕਰ ਰਹੀ। ਦੂਜੀ ਗੱਲ, ਜੇ ਤੁਸੀਂ ਦੇਖੋ ਪੰਜਾਬ ਦਾ ਜਿਹੜਾ ਬਜਟ ਕੱਲ ਪੇਸ਼ ਕੀਤਾ ਅਮਰਿੰਦਰ ਬਾਦਲ ਜੀ ਨੇ, ਉਹਦੇ ਵਿੱਚ ਟੋਟਲ ਬਜਟ ਜਿਹੜਾ 1,30,000 ਕਰੋੜ ਦਾ ਬਜਟ ਹੈ, ਔਰ ਉਹ ਜਿਹੜਾ ਪੰਜਾਬ ਦੇ ਉੱਤੇ ਟੋਟਲ ਲੋਨ ਹੈਗਾ ਉਹ 1,95,000 ਕਰੋੜ ਦਾ ਲੋਨ ਹੈ। ਠੀਕ ਹੈ ਨਾ, ਤੇ ਅਦਰਵਾਈਜ਼ ਇਕਨੋਮੀ ਦੀ ਤਾਂ ਹਾਲਤ ਖਰਾਬ ਹੈ ਹੀ, ਇਹ 'ਚ ਕੋਈ ਡਾਊਟ ਨਹੀਂ ਹੈ। ਲੇਕਿਨ ਮੈਂ ਕਹਿਣਾ ਚਾਹੂੰਗਾ ਕਿ ਬਜਾਏ ਕਿ ਅਸੀਂ ਇਹ ਪ੍ਰੋਫੈਸ਼ਨਲ ਟੈਕਸ ਜਿਹਦੇ ਤੇ ਸਾਨੂੰ ਮੁਸ਼ਕਿਲ ਨਾਲ 150 ਕਰੋੜ ਹੀ ਮਿਲਣਾ ਪੂਰੇ ਸਾਲ ਦੇ ਅੰਦਰ, ਸਾਡੀ ਗਵਰਨਮੈਂਟ ਮਸ਼ੀਨਰੀ ਦੇ ਅੰਦਰ ਮਿਸਮੈਨੇਜਮੈਂਟ ਬਹੁਤ ਜ਼ਿਆਦਾ ਹੈ। ਸਾਡੇ ਜਿਹੜੇ ਰਿਸੋਰਸਿਸ ਅਵੇਲੇਬਲ ਹੈ, ਜਿਹੜੇ ਰਿਸੋਰਸਿਸ ਪੰਜਾਬ ਦੇ ਅਵੇਲੇਬਲ, ਅਸੀਂ ਉਹਨਾਂ ਨੂੰ ਆਪਟੀਮਮ ਯੂਟੀਲਾਈਜੇਸ਼ਨ ਤੇ ਯੂਜ਼ ਨਹੀਂ ਕਰ ਪਾ ਰਹੇ। ਅਸੀਂ ਅਗਰ ਉਹਨਾਂ ਨੂੰ ਹੀ ਠੀਕ ਕਰ ਲਈਏ, ਜਿਹੜੀ ਸਾਡੀ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਅਸੀਂ ਉਹਨਾਂ ਨੂੰ ਹੀ ਪ੍ਰੋਪਰਲੀ ਮੈਨੇਜ ਕਰ ਲਈਏ, ਤਾਂ 150 ਕਰੋੜ ਤਾਂ ਕੁਝ ਵੀ ਨਹੀਂ ਹੈ ਉਹਦੇ ਅੱਗੇ, ਹੋਰ ਬੜਾ ਕੁਝ ਤੁਹਾਨੂੰ ਉੱਥੇ ਸੇਵਿੰਗ ਕਰਨ ਵਾਸਤੇ ਮਿਲ ਜਾਏਗਾ। ਤੇ ਕਹਿਣ ਦਾ ਮਤਲਬ ਮੇਰਾ ਇਹ ਹੈ ਨੈਟਸ਼ੈਲ ਕਿ ਬਜਾਏ ਕਿ ਇਹ ਛੋਟੇ ਮੋਟੇ ਜਿਹੜੇ ਖਰਚੇ, ਕੋਈ ਸਰਕਾਰ ਨੂੰ ਪੈਸਾ ਚਾਹੀਦਾ ਕਿਤਨਾ ਕਿਤੋਂ ਲੈਣਾ ਹੀ ਪਏਗਾ। 200 ਰੁਪਇਆ ਇੱਕ, ਜੇ ਆਪਾਂ ਇੰਡੀਅਨ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਚੱਲੀਏ ਤਾਂ ਇੱਕ ਸਟੇਟ 200 ਰੁਪਏ ਪ੍ਰੋਫੈਸ਼ਨਲ ਟੈਕਸ ਤੋਂ ਜ਼ਿਆਦਾ ਚਾਰਜ ਕਰ ਵੀ ਨਹੀਂ ਸਕਦਾ, ਇਹ ਅਪਰ ਲਿਮਿਟ ਹੈ। ਮਹਾਰਾਸ਼ਟਰ 'ਚ ਵੀ ਇਸ ਤਰ੍ਹਾਂ ਹੋ ਰਿਹਾ, ਗੁਜਰਾਤ 'ਚ ਵੀ ਇਸ ਤਰ੍ਹਾਂ ਹੋ ਰਿਹਾ ਹੈ। ਠੀਕ ਹੈ, ਇਹ ਜ਼ਰੂਰ ਹੈ ਕਿ ਜਿਹੜਾ ਇਨਕਮ ਜਿਹੜਾ ਇਹਨਾਂ ਨੇ ਪ੍ਰੋਫੈਸ਼ਨਲ ਟੈਕਸ ਇੰਟਰੋਡਿਊਸ ਕੀਤਾ, ਇੱਕ EMPLOYE ਹੈ ਚਾਹੇ ਬਿਜ਼ਨਸਮੈਨ ਹੈ, ਜਿਹੜਾ ਟੈਕਸ ਪੇ ਪੰਜਾਬ ਦੇ ਅੰਦਰ ਹੈਗਾ, ਉਹਦੀ ਗ੍ਰੋਸ ਟੋਟਲ ਇਨਕਮ ਵਿੱਚੋਂ 200 ਰੁਪਏ ਨਿਕਲ ਜਾਏਗਾ। ਇਹਦੇ 'ਚ ਕਲੈਰਿਟੀ ਕਰੋ ਕਿ ਜਿਹੜਾ ਪ੍ਰੋਫੈਸ਼ਨਲ ਟੈਕਸ ਹੈ ਇਹ ਕਿਹੜੀਆਂ ਧਿਰਾਂ ਨੂੰ ਭਰਨਾ ਪਏਗਾ? ਜਿਹੜੇ EMPLOYEਜ਼ ਹੈ ਉਹਨਾਂ ਨੂੰ ਤਾਂ ਭਰਨਾ ਹੀ ਪਏਗਾ। ਇਸ ਤੋਂ ਇਲਾਵਾ ਦੇਖੋ, ਅਜੇ ਤੱਕ ਪੰਜਾਬ ਗਵਰਨਮੈਂਟ ਨੇ ਇਹਦੇ ਉੱਤੇ ਕੋਈ ਨੋਟੀਫਿਕੇਸ਼ਨ ਤਾਂ ਜਾਰੀ ਨਹੀਂ ਕੀਤੀ, ਲੇਕਿਨ ਜਿਹੜੇ ਬਜਟ ਦੇ ਪ੍ਰਾਵਧਾਨ ਆ ਉਹਦੇ ਨਾਲ ਜੋ ਅਸੀਂ ਅੰਡਰਸਟੈਂਡ ਕਰਦੇ ਹਾਂ ਕਿ ਜਿਹੜੇ ਵੀ ਬੰਦੇ, ਚਾਹੇ ਬਿਜ਼ਨਸਮੈਨ ਹੈ, ਚਾਹੇ ਉਹ EMPLOYE ਹੈ, ਚਾਹੇ ਹੋਰ ਕੋਈ ਤਬਕਾ ਜਿਹੜਾ ਪੰਜਾਬ ਦੇ ਅੰਦਰ ਇਨਕਮ ਟੈਕਸ ਪੇ ਕਰਦਾ, ਜਿਹਦੀ ਟੈਕਸੇਬਲ ਇਨਕਮ 2.5 ਲੱਖ ਤੋਂ ਉੱਤੇ ਹੈ, ਯਾਨੀ ਕਿ ਜਿਹਦੀ ਇਨਕਮ 2.5 ਲੱਖ ਤੋਂ ਉੱਤੇ ਹੈਗੀ, ਜਿਹਦੀ ਥ੍ਰੈਸ਼ਹੋਲਡ ਲਿਮਿਟ ਤੋਂ ਉੱਤੇ ਚਲਾ ਗਿਆ, ਉਹਨੂੰ ਉਹ 200 ਰੁਪਇਆ ਟੈਕਸ ਭਰਨਾ ਹੀ ਪਏਗਾ ਪਰ ਮੰਥ। ਚੰਡੋਕ ਸਾਹਿਬ, ਜਦੋਂ ਆਪਾਂ ਇਹ ਬਜਟ ਦੇਖਦੇ ਹਾਂ, ਮੈਂ ਪਿਛਲੇ ਸਾਲ ਦਾ ਬਜਟ ਦੇਖ ਰਿਹਾ ਸੀਗਾ, ਉਸ ਬਜਟ ਦੇ ਵਿੱਚ ਹਰ ਵਾਰ ਦੋ ਚੀਜ਼ਾਂ ਰੱਖੀਆਂ ਜਾਂਦੀਆਂ ਨੇ ਹਰ ਤਰ੍ਹਾਂ ਦੇ ਬਜਟ ਦੇ ਵਿੱਚ। ਇੱਕ ਰੱਖਿਆ ਜਾਂਦਾ ਖਰਚੇ, ਇੱਕ ਰੱਖਿਆ ਜਾਂਦਾ ਵਸੀਲੇ, ਵੀ ਸਾਡਾ ਖਰਚਾ ਕੀ ਹੋਣ ਵਾਲਾ ਅਨੁਮਾਨ ਇਹ ਹੈ ਔਰ ਸਾਡੇ ਵਸੀਲੇ ਕੀ ਨੇ ਅਨੁਮਾਨ ਇਹ ਹੈ। ਜੇ ਅਸੀਂ ਪਿਛਲੀ ਵਾਰ ਤੇ ਦੇਖੀਏ ਤਾਂ ਲਗਭਗ 42% ਜਿਹੜੇ ਵਸੀਲੇ ਨੇ ਉਹ ਘੱਟ ਰਿਸੀਵ ਹੋਏ ਨੇ। ਸਰਕਾਰ ਨੇ ਜਿਹੜਾ ਅਨੁਮਾਨ ਲਾਇਆ ਸੀ ਕਿ ਸਾਡੇ ਕੋਲ ਇਹ ਵਸੀਲੇ ਆਣਗੇ, 42 ਤੋਂ 45% ਅਜਿਹੇ ਨੇ ਕਿ ਜਿਹੜੇ ਉਹ ਆਏ ਹੀ ਨਹੀਂ। ਫਿਰ ਤੁਹਾਨੂੰ ਨਹੀਂ ਲੱਗਦਾ ਕਿ ਜ਼ੋਰ ਤਾਂ ਸਾਡਾ ਉੱਥੇ ਹੋਣਾ ਚਾਹੀਦਾ ਸੀਗਾ ਵੀ ਲੀਕੇਜ ਕਿੱਥੋਂ ਆਪਾਂ ਉਹਨੂੰ ਟਾਈਟ ਕਰੀਏ, ਜਿੱਥੇ ਘੜੇ ਦੇ ਘੜੇ ਪਾਣੀ ਰੁੜ ਰਿਹਾ, ਪਰ ਅਸੀਂ ਬੂੰਦ ਵੱਲ ਜ਼ਿਆਦਾ ਧਿਆਨ ਦੇ ਰਹੇ ਹਾਂ, ਘੜਿਆਂ ਵੱਲ ਧਿਆਨ ਨਹੀਂ ਦੇ ਰਹੇ। ਬਿਲਕੁਲ ਠੀਕ ਹੈ ਜੀ, ਸਾਡੀ ਰਿਸੀਟਸ ਦੀ ਡੈਫਿਸਿਟ ਇੰਨਾ ਜ਼ਿਆਦਾ ਹੈ। ਤੁਸੀਂ ਬਿਲਕੁਲ ਠੀਕ ਆਖ ਰਹੇ ਹੋ ਕਿ ਇੱਕ ਬਜਟ 'ਚ ਐਸਟੀਮੇਸ਼ਨ ਐਲੋਕੇਸ਼ਨ ਕੀਤੀ ਜਾਏਗੀ, ਇੱਥੋਂ ਰਿਸੀਟਸ ਆਣਗੇ, ਇਹ ਸਾਡੇ ਖਰਚੇ ਹੋਣਗੇ, ਉਹਦੇ ਬਾਅਦ ਰੈਵਨਿਊ ਡੈਫਿਸਿਟ ਕੈਲਕੂਲੇਟ 3% ਜਿਵੇਂ ਸਰਕਾਰ ਸਾਡੀ ਸੈਂਟਰਲ ਗਵਰਨਮੈਂਟ 3.2 3.5 ਹੈ, ਸਾਡਾ ਤਾਂ ਡੈਫਿਸਿਟ ਦਾ ਜੀ ਕੁਝ ਹਿਸਾਬ ਕਿਤਾਬ ਹੀ ਨਹੀਂ ਹੈ। ਉਹ ਮਤਲਬ ਅਸੀਂ ਐਂਟੀਸਿਪੇਟ ਕਰੇ 100 ਰੁਪਏ ਆਏਗਾ, ਠੀਕ ਹੈ ਜੀ 90 ਆਂਦਾ ਹੈ, ਰਿਵਾਈਜ਼ ਐਸਟੀਮੇਟ ਵੀ ਨਿਕਲਦੇ ਨੇ ਕਿ ਅਸੀਂ ਕਿੱਥੇ ਪਹੁੰਚੇ ਆ। ਬਟ ਛੋਟੀ ਕੰਪਨੀ 'ਚ ਬੰਦਾ ਟਾਰਗੇਟ ਸੈੱਟ ਕਰਦਾ, ਬਜਟ ਜਿਵੇਂ ਸਰਕਾਰ ਬਣਾਉਂਦੀ ਹੈ, ਰਿਵਾਈਜ਼ ਐਸਟੀਮੇਟ ਕਰਦੀ ਹੈ, ਰਿਵਾਈਜ਼ ਐਲੋਕੇਸ਼ਨ ਕਰਦੀ ਹੈ। ਸਾਡਾ ਗੈਪ ਹੁਣ ਇੰਨਾ ਹੋ ਗਿਆ, ਮੇਰੇ ਖਿਆਲ ਜਿਵੇਂ ਗਲਤ ਨਹੀਂ ਕਰਦੇ 2,11,000 ਕਰੋੜ ਦਾ ਸਾਡੇ ਉੱਤੇ ਹੁਣ ਕਰਜ਼ਾ ਪਿਆ ਸਟੇਟ ਦੇ ਉੱਤੇ।
ਹੁਣ ਮੰਨਿਆ ਕਿ ਸਾਡੇ ਲੈਗੇਸੀ ਇਸ਼ੂਜ਼ ਨੇ, ਪੁਰਾਣੇ ਜਿਹੜੇ ਮਿਲੀਟੈਂਸੀ ਹੈ, ਬਹੁਤ ਸਾਰੀ ਚੀਜ਼ਾਂ ਕਰਕੇ ਸਟੇਟ ਦੇ ਉੱਤੇ ਹੁਣ ਪਿੱਛੇ ਡਰੱਗਸ ਦੀ ਇਸ਼ੂ ਆ ਗਿਆ, ਕੁਝ ਆ ਗਿਆ, ਲੇਕਿਨ ਹੋ ਇਹ ਰਿਹਾ ਹੈ ਜਿਵੇਂ ਸਰ ਨੇ ਸਕੈਂਡੀਨੇਵੀਅਨ ਕੰਟਰੀਜ਼ ਦੀ ਗੱਲ ਕੀਤੀ, ਕੈਨੇਡਾ ਦੀ ਗੱਲ ਕਰੀਏ 40% ਟੈਕਸ 50% ਹੈ, ਪਰ ਸਰ ਇੱਕ ਬੜੀ ਇੰਟਰਸਟਿੰਗ ਗੱਲ ਹੈ, ਇਹ ਸਾਰੀ ਕੰਟਰੀਜ਼ ਹੈਗੀਆਂ ਕੈਪੀਟਲ ਮਤਲਬ ਕਿ ਸੋਸ਼ਲਿਜ਼ਮ ਵਾਲੀ ਕੰਟਰੀਜ਼ ਨਹੀਂ ਹੈਗੀਆਂ, ਇਹ ਕੈਪੀਟਲਿਜ਼ਮ ਨੂੰ ਪ੍ਰਮੋਟ ਕਰਦੀਆਂ ਨੇ। ਜਿਹੜੀ ਸੋਸ਼ਲਿਜ਼ਮ ਦੀ ਤੁਸੀਂ ਗੱਲ ਕਰਦੇ ਹੋ, ਜਿਵੇਂ ਕਮਿਊਨਿਸਟ ਕੰਟਰੀਜ਼ ਹੈਗੀਆਂ, ਉੱਥੇ ਟੈਕਸ ਵੀ 30% ਦਿੱਤਾ ਜਾਂਦਾ ਹੈ, ਲੇਕਿਨ ਬੰਦੇ ਨੂੰ ਕੁਝ ਮਿਲਦਾ ਵੀ ਨਹੀਂ ਹੈ। ਸੋ ਪੁਆਇੰਟ ਇਹ ਕਿ ਸਾਨੂੰ ਪ੍ਰਾਈਵੇਟਾਈਜੇਸ਼ਨ ਤੇ ਬਹੁਤ ਜ਼ੋਰ ਪਾਉਣਾ ਪਏਗਾ। ਸਾਡੇ ਇੰਨੇ ਸਾਰੇ ਡਿਪਾਰਟਮੈਂਟ ਨੇ, ਇੰਨਾ ਜ਼ਿਆਦਾ ਖਰਚਾ ਹੈ, ਨਿਕਲਦਾ ਕੁਝ ਨਹੀਂ ਹੈ। ਔਰ ਜਿਹੜੇ ਤੁਸੀਂ ਰਿਸੀਟਸ ਦੀ ਗੱਲ ਕਰ ਰਹੇ ਹੋ, ਉਹ ਇਸੇ ਕਰਕੇ ਹੈ ਕਿਉਂਕਿ ਉਹਦੇ ਉੱਤੇ ਕੋਈ ਦਬਾਅ ਵੀ ਨਹੀਂ ਡਾਇਆ ਜਾਂਦਾ ਕਿ ਜੇ ਤੁਸੀਂ 100 ਰੁਪਏ ਦੇਣੇ ਹੈ, ਉਹ ਕਹਿੰਦੇ ਠੀਕ ਹੈ ਜੀ ਰੈਵਨਿਊ ਡੈਫਿਸਿਟ ਹੋ ਜਾਏਗਾ, ਸਰਕਾਰ ਨੇ ਹੋਰ ਕਰਜ਼ਾ ਲੈ ਕੇ ਦੇ ਦੇਣਾ ਹੈ। ਪਰ ਮੇਰੇ ਹਿਸਾਬ ਨਾਲ ਹੁਣ ਜਿਸ ਹਿਸਾਬ ਨਾਲ ਸਾਡਾ ਮਾਹੌਲ ਕੰਟਰੀ ਦਾ ਹੈਗਾ ਹੈ, ਸਟੇਟਸ ਦੇ ਉੱਤੇ ਵੀ ਇਹ ਡੰਡਾ ਹੈ ਕਿ ਤੁਸੀਂ ਆਪਣੇ ਰੈਵਨਿਊ ਬਣਾਓ। GST ਆਉਣ ਦੇ ਬਾਅਦ ਉਹਨਾਂ ਦੇ ਹੱਥ ਹੋਰ ਕੱਟ ਗਏ ਨੇ ਕਿਉਂਕਿ ਰੈਵਨਿਊ ਰਿਸੋਰਸਸ ਦਾ ਉਹਨਾਂ ਦੇ ਕੋਲ ਸਕੋਪ ਸਿਰਫ ਪੈਟਰੋਲੀਅਮ 'ਚ ਰਹਿ ਗਿਆ ਜੀ, ਜਾਂ ਸ਼ਰਾਬ 'ਚ ਰਹਿ ਗਿਆ, ਔਰ ਲਿਕਰ 'ਚ ਰਹਿ ਗਿਆ, ਔਰ ਇਲੈਕਟ੍ਰਿਸਿਟੀ 'ਚ ਰਹਿ ਗਿਆ। ਪਰ ਇਲੈਕਟ੍ਰਿਸਿਟੀ ਵੈਸੇ ਹੀ ਇੰਨੇ ਲਾਸਸ ਦੇ ਵਿੱਚ ਹੈ ਕਿ ਉਹਦਾ ਨੂੰ ਉਹ ਆਲਰੇਡੀ ਉਹ ਵੀ ਵਧਾ ਚੁੱਕੇ ਹਨ। ਹਾਂਜੀ, ਪਰ ਮੇਰੇ ਹਿਸਾਬ ਨਾਲ ਜੀ ਸਾਡੀ ਇੱਕ ਜਿਹੜਾ ਇਸ਼ੂ ਹੈ ਕਿ ਅਸੀਂ ਸਰਕਾਰ ਕੋਈ ਚੀਜ਼ ਇੰਟਰੋਡਿਊਸ ਕਰਦੀ ਵੀ ਹੈ, ਭਾਵੇਂ ਗਲਤ ਕਰੇ, ਅਸੀਂ ਉਹਨੂੰ ਪੋਜ਼ਿਟਿਵਲੀ ਲੈਂਦੇ ਵੀ ਨਹੀਂ। ਇੱਕ ਇਹ ਸਾਡੀ ਫਿਤਰਤ ਵੀ ਹੈ। ਹਾਂ, ਮੈਂ ਉਸੇ ਲਈ ਕਹਿ ਰਿਹਾ। ਚਲੋ ਮੈਂ ਇੱਕ ਮਿੰਟ ਮੈਂ ਤੁਹਾਡੇ ਕੋਲ ਆਣਾ, ਰੌਣਕੀ ਰਾਮ ਜੀ, ਜਿਹੜੀ ਸ਼ੁਰੂਆਤ ਦੇ ਵਿੱਚ ਤੁਸੀਂ ਗੱਲ ਕੀਤੀ ਕਿ ਜਿਹੜਾ ਬੰਦਾ ਟੈਕਸ ਦੇ ਰਿਹਾ ਉਹਨੂੰ ਇਹ ਪਤਾ ਲੱਗ ਜੇ ਕਿ ਇਹ ਟੈਕਸ ਸਹੀ ਜਗ੍ਹਾ ਤੇ ਵਰਤਿਆ ਜਾਣਾ ਤਾਂ ਉਹਨੂੰ ਦੁੱਖ ਨਹੀਂ ਹੋਏਗਾ। ਸਰਕਾਰ ਤਾਂ ਇਹ ਦਾਅਵਾ ਕਰ ਰਹੀ ਹੈ ਕਿ ਜਿਹੜਾ ਤੁਹਾਡਾ ਟੈਕਸ ਹੈ ਪੰਜਾਬ ਵਿਕਾਸ ਫੰਡ ਦੇ ਤੌਰ ਤੇ ਲਿਆ ਜਾਏਗਾ, ਫਿਰ ਲੋਕਾਂ 'ਚ ਭਰੋਸਾ ਕਿਉਂ ਨਹੀਂ? ਇੰਨੀ ਬੇਭਰੋਸਗੀ ਸਰਕਾਰ ਦੇ ਲਈ ਕਿਉਂ? ਨਹੀਂ, ਦੇਖੋ ਲੋਕਾਂ ਦੀ ਜਿਹੜੀ ਵਿਸ਼ਵਾਸ ਹੈ ਨਾ, ਉਹ ਤੁਹਾਡੀਆਂ ਸਟੇਟਮੈਂਟ 'ਚ ਨਹੀਂ ਹੋਣਾ। ਲੋਕਾਂ ਦਾ ਵਿਸ਼ਵਾਸ ਤੁਹਾਡੀ ਕਰਨੀ 'ਚ ਹੋਣਾ। ਤੁਹਾਡੀ ਕਰਨੀ 'ਚ ਕਥਨੀ 'ਚ ਫਰਕ ਹੈ। ਜਦੋਂ ਤੁਹਾਡੀ ਕਰਨੀ ਹੋ ਜਾਏਗੀ ਨਾ, ਫਿਰ ਤੁਹਾਨੂੰ ਸਟੇਟਮੈਂਟ ਦੇਣ ਦੀ ਲੋੜ ਨਹੀਂ ਪੈਣੀ, ਫਿਰ ਤੁਹਾਨੂੰ ਬਹੁਤ ਵੱਡੇ ਵੱਡੇ ਅਲਫਾਜ਼ ਵਰਤਣ ਦੀ ਜ਼ਰੂਰਤ ਨਹੀਂ ਪੈਣੀ। ਚੰਦੋਕ ਸਾਹਿਬ ਨੇ ਕਿਹਾ ਕਿ ਸਕੈਂਡੀਨੇਵੀਅਨ ਕੰਟਰੀ ਦੀ, ਮੈਂ ਕਹਿੰਦਾ ਉਹ ਕੈਪੀਟਲਿਸਟ ਕੰਟਰੀ ਤਾਂ ਹੈ। ਉਹਨਾਂ ਨੇ ਕੈਪੀਟਲਿਸਟ ਕੰਟਰੀ ਦੀਆਂ ਜੋ ਸਮੱਸਿਆਵਾਂ ਹੋਣੀਆਂ ਸੀ ਉਹਨੂੰ ਬਚਾਉਣ ਲਈ ਸੋਸ਼ਲ ਡੈਮੋਕ੍ਰੇਸੀ ਲੈ ਕੇ ਆਂਦੀ ਹੈ, ਕਿਉਂਕਿ ਕੈਪੀਟਲਿਜ਼ਮ ਦੀ ਵੀ ਆਪਣੀ ਹੱਦ ਹੈ। ਉਹ ਕਿਸੇ ਹੱਦ ਤੱਕ ਬਾਅਦ 'ਚ ਉਹਦਾ ਲੱਗਦਾ ਕਿ ਉਹ ਡਿਗਿੰਗ ਇਟਸ ਓਨ ਗ੍ਰੇਵ, ਉਹ ਜਿਹੜੀ ਗ੍ਰੇਵ ਨੂੰ ਬਚਾਉਣਾ ਚਾਹੁੰਦੇ ਆ, ਉਹਦਾ ਤਰੀਕਾ ਸੀ ਸਕੈਂਡੀਨੇਵੀਅਨ ਕੰਟਰੀਜ਼ ਦੇ ਵਾਂਟਡ ਟੂ ਡੂ। ਉਹ ਕੀ ਕਰਦੇ ਆ, ਉਹ 1100 ਤੋਂ ਲੈ ਕੇ 1500 ਯੂਰੋ ਤੱਕ social security ਦਿੰਦੇ ਆ ਜਿਹਨਾਂ ਪਾਸ ਕੋਈ ਜੌਬ ਨਹੀਂ ਹੈਗੀ। ਸੋ ਦੈਟ ਨਾਓ ਦ ਥਿੰਗ ਵਾਜ਼ ਦਿਸ, ਬਟ ਐਟ ਦੈਟ ਮੂਮੈਂਟ ਦੇ ਵਰ ਟਰਾਈਂਗ ਟੂ ਸੀ ਦੈਟ ਫਰੋਮ ਵੇਅਰ ਦ ਮਨੀ ਵੁੱਡ ਕਮ। ਦੇਖੋ ਜੋ ਤੁਸੀਂ ਸਵਾਲ ਰੇਜ਼ ਕੀਤਾ ਨਾ, ਪੰਜਾਬ ਦੇ ਵਿੱਚ ਕੀ, ਕਿਸੇ ਹੋਰ ਸੂਬੇ ਵਿੱਚ ਕੀ, ਬਿਹਾਰ ਵਿੱਚ ਕੀ, ਅਗਰ ਤੁਸੀਂ ਇਹ ਤਹੀਆ ਕਰ ਲਓ ਕਿ ਇਹ ਸਰਕਾਰ 5 ਸਾਲ ਵਾਸਤੇ ਬਣੀ ਹੈ, ਉਸ ਤੋਂ ਬਾਅਦ ਇਸ ਸਰਕਾਰ ਨੇ ਅਗਰ ਦੂਜੀ ਵਾਰੀ 5 ਸਾਲ ਲਈ ਬਣਨਾ ਹੈ ਤਾਂ ਸਰਕਾਰ ਵਾਸਤੇ ਕੋਈ ਹੋਰ ਪੋਲੀਟੀਕਲ ਚੀਜ਼ਾਂ ਨਹੀਂ ਹੈਗੀਆਂ। ਸਰਕਾਰ ਨੇ ਲੋਕਾਂ ਦੀ ਮੈਕਸਿਮਮ ਕਿਸ ਤਰ੍ਹਾਂ ਮਦਦ ਕਰਨੀ ਆ, ਤਾਂ ਸਰਕਾਰ ਨੇ ਲੋਕਾਂ ਦੀ ਮਦਦ ਕਰਨੀ ਆ। ਸਰਕਾਰ ਦੇ ਕੋਈ ਆਪਣੇ ਤੇ ਨਹੀਂ ਕੋਲੂ ਚੱਲਦੇ, ਉਹਦੀ ਆਪਣੀ ਤੇ ਫੈਕਟਰੀ ਹੈਗੀ। ਸਰਕਾਰ ਨੇ ਮਦਦ ਕਰਨੀ ਆ ਲੋਕਾਂ ਤੋਂ ਮਦਦ ਲੈ ਕੇ। ਬਈ ਤੁਸੀਂ ਲੋਕਾਂ ਦੀ ਮਦਦ ਕਰਨ ਦਾ ਨਾਰਾ ਲਾ ਕੇ ਉਹਨੂੰ ਲੁੱਟ ਰਹੇ ਹੋ, ਹਾਊ ਪੋਸੀਬਲ? ਯੂ ਹੈਵ ਟੂ, ਤੁਹਾਨੂੰ ਕਿਤਨਾ ਕਿਤੇ ਲੋਕਾਂ ਦੀ ਮਦਦ ਕਰਨ ਵਾਸਤੇ ਜਿਹੜੀ ਲੋਕਾਂ ਤੋਂ ਮਦਦ ਤੁਸੀਂ ਲੈਣੀ ਆ। ਹੁਣ ਉਹਦੇ 'ਚ ਕੀ ਆ, ਤੁਸੀਂ ਕਿਹਾ ਕਿ ਵਸੀਲੇ -45% ਹੈਗੇ ਆ, ਖਰਚੇ ਜ਼ਿਆਦਾ ਹੋ ਗਏ ਆ। ਹੁਣ ਜੇ ਖਰਚੇ ਜ਼ਿਆਦਾ ਹੋਏ ਆ ਤਾਂ ਵਸੀਲੇ ਘੱਟ ਹੋਏ ਆ, ਨੇਚਰਲੀ ਖਰਚੇ ਜ਼ਿਆਦਾ ਹੋਏ ਆ। ਜੇ ਵਸੀਲੇ ਬਣ ਗਏ ਫਿਰ ਖਰਚੇ ਨਹੀਂ ਜ਼ਿਆਦਾ ਹੋਣਗੇ। ਖਰਚੇ ਕਿੱਥੋਂ ਜ਼ਿਆਦਾ ਹੋਏ ਆ? ਕਿਉਂਕਿ ਵਸੀਲੇ ਘੱਟ ਗਏ ਹੈਗੇ। ਜੇ ਵਸੀਲੇ ਹੁੰਦੇ ਉਹ ਖਰਚੇ ਜ਼ਿਆਦਾ ਨਹੀਂ ਹੋਣੇ ਸੀਗੇ। ਹੁਣ ਕੁਐਸਚਨ ਪੈਦਾ ਹੁੰਦਾ, ਤੁਸੀਂ ਵਸੀਲੇ ਇਸ ਲਈ ਘੱਟ ਕੀਤੇ ਆ ਕਿ ਤੁਹਾਨੂੰ ਲੱਗਦਾ ਕਿ 5 ਸਾਲਾਂ ਬਾਅਦ ਮੈਂ ਪਾਵਰ 'ਚ ਆਉਣਾ ਹੈ ਤਾਂ ਖਰਚੇ ਵਧਾ ਦੇਵਾਂ। ਜੇ ਵਧਾਓਗੇ ਤਾਂ ਪੰਜਾਬ ਦਾ ਹੁਣ ਜਿਹੜਾ ਹੈਗਾ 2,11,000 ਕਰੋੜ ਤੁਸੀਂ ਗੱਲ ਕੀਤੀ ਆ ਹੋਰ ਕਰਜ਼ਿਆਂ ਦੀ, ਉਹ ਵਧਣਾ ਹੀ ਹੈ। ਠੀਕ ਹੈ, 200 ਪਛਾਣ ਲੱਗਿਆ ਗਿਆ। ਮੈਂ ਇਹ ਕਹਿਣ ਲੱਗੇ ਸੀ ਕਿ ਜੀ ਦੇਖੋ ਸਾਡੀ ਪੋਲੀਟੀਕਲ ਡਿਸਪੈਂਸੇਸ਼ਨ ਵੀ ਇਹੋ ਜਿਹੀ ਹੈ, ਚਾਹੇ ਕੋਈ ਵੀ ਸਰਕਾਰ ਹੋਵੇ, ਇੰਨੇ ਸਾਰੇ ਪੋਲੀਟੀਕਲ ਵਾਅਦੇ ਕਰ ਦਿੰਦੇ ਨੇ ਕਿ ਅਸੀਂ ਫਾਰਮ ਸਬਸਿਡੀ ਵੀ ਦੇ ਦਾਂਗੇ, ਸੋਸ਼ਲ ਸਿਕਿਉਰਿਟੀ ਵੀ ਦੇ ਦਾਂਗੇ, SCs ਨੂੰ, STs ਨੂੰ, ਡੀਜ਼ਲ ਦਾ ਵੇਵਰ ਵੀ ਦੇ ਦਾਂਗੇ, ਫਾਰਮਰਸ ਨੂੰ ਲੋਨ ਵੇਵਰਸ ਕਰ ਦਾਂਗੇ 30,000 ਕਰੋੜ ਦੇ। ਪਰ ਜਦੋਂ ਬੈਠਦੇ ਹੋ ਰਿਅਲਾਈਜ਼ ਕਰਦੇ ਜੀ ਅਸੀਂ ਵਾਅਦੇ ਤਾਂ ਬੜੇ ਕਰ ਦਿੱਤੇ। ਹੁਣ ਮੈਂ ਪਿੱਛੇ ਪੇਪਰ 'ਚ ਪੜ੍ਹਿਆ 136 ਕਰੋੜ ਹੀ ਸਰਕਾਰ ਨੇ ਦਿੱਤਾ ਲਾਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਐਜ਼ ਪਾਰਟ ਆਫ ਲੋਨ ਵੇਵਰ। 1500 ਪਾਸ ਹੋਇਆ ਸੀਗਾ, ਉਹਦੀ ਐਲੋਕੇਸ਼ਨ 136 ਦਿੱਤਾ ਹੈ ਔਰ ਸ਼ਾਇਦ ਦੇਣਾ 25 ਜਾਂ 30,000 ਕਰੋੜ ਹੈ। ਤੇ ਰਿਸੋਰਸਿਸ ਲਿਆਣਗੇ ਕਿਤੋਂ? ਦੂਜੀ ਗੱਲ ਹੈ ਜੀ, ਸਰਕਾਰ ਕਹਿੰਦੀ ਅਸੀਂ ਪੈਸਾ ਇਕੱਠਾ ਕਰਨਾ ਚਾਹੁੰਦੇ ਹਾਂ। ਜੇ ਉਹਨਾਂ ਦੀ ਇੰਟੈਂਸ਼ਨ ਵੀ ਨੋਬਲ ਹੈ, ਅਸੀਂ ਜੇ ਸੈਂਟਰਲ ਗਵਰਨਮੈਂਟ ਦੀ ਦੇਖੀਏ, ਐਜੂਕੇਸ਼ਨ ਸੈਸ ਲਿੱਤਾ 10 ਸਾਲ ਦਾ 35-40 ਹਜ਼ਾਰ ਕਰੋੜ ਇਕੱਠਾ ਹੋ ਗਿਆ।
ਉਹਦੀ ਕੋਈ ਯੂਟਿਲਾਈਜੇਸ਼ਨ ਹੀ ਨਹੀਂ ਹੋਈ, ਮਤਲਬ ਕੋਈ ਐਜੂਕੇਸ਼ਨ ਇੰਸਟੀਟਿਊਸ਼ਨਸ ਬਣਾਉਣ ਲਈ 3% ਦਾ ਸੈਸ 35-40 ਹਜ਼ਾਰ ਕਰੋੜ ਬਣ ਗਿਆ। ਤੇ ਕਿਹੜੀਆਂ ਸਾਡੇ ਕੋਲ ਕੋਈ ਵਰਲਡ ਕਲਾਸ ਯੂਨੀਵਰਸਿਟੀਜ਼ ਆ ਗਈਆਂ, ਹਾਲੇ ਤਾਂ ਪ੍ਰਪੋਜ਼ਲ ਚੱਲ ਰਿਹਾ ਪਰ ਉਹ ਪੈਸਾ ਤੇ ਅਨਯੂਟਿਲਾਈਜ਼ਡ ਪਿਆ ਹੋਇਆ ਹੈ। ਇਹਦਾ ਮਤਲਬ ਉਹਦੀ ਗਰਾਊਂਡ ਲੈਵਲ 'ਚ ਤਾਂ ਹਕੀਕਤ ਕੋਈ ਯੂਜ਼ ਹੀ ਨਹੀਂ ਹੋਈ। ਤੇ ਪੈਸਾ ਇਕੱਠਾ ਤੇ ਕਰ ਲੋਗੇ ਔਰ 150 ਕਰੋੜ ਕਿੰਨਾ ਕੁ ਸੈਟ ਆਫ ਕਰ ਪਾਏਗਾ ਬਜਟ ਦੇ, ਇਹ ਦੇਖਣ ਵਾਲੀ ਹੋਗੀ। ਸ਼ਰਮਾ ਸਾਹਿਬ, ਇੱਕ ਹੋਰ ਮੇਰਾ ਸਵਾਲ ਹੈਗਾ ਕਿ ਆਮ ਤੌਰ ਤੇ ਇਹ ਪਾੜਾ ਜ਼ਰੂਰ ਰਿਹਾ ਸ਼ਹਿਰ ਦੇ ਵਿੱਚ ਮੁਲਾਜ਼ਮ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਰਹਿੰਦੇ ਕਿਸਾਨ ਭਾਈਚਾਰੇ ਜਾਂ ਪਿੰਡੂ ਲੋਕਾਂ ਦੇ ਵਿੱਚ ਹਮੇਸ਼ਾ ਹੀ ਇਹ ਗਿਲਾ ਸ਼ਹਿਰੀ ਲੋਕਾਂ ਨੂੰ ਰਹਿੰਦਾ ਕਿ ਸਹੀ ਸਭ ਤੋਂ ਜ਼ਿਆਦਾ ਟੈਕਸ ਭਰਦੇ ਆ, ਸਭ ਤੋਂ ਜ਼ਿਆਦਾ ਮਾਰ ਸਾਨੂੰ ਪੈਂਦੀ ਹੈ, ਬਿਜਲੀ ਸਾਡੇ ਲਈ ਮਹਿੰਗੀ ਹੈ, ਇਨਕਮ ਟੈਕਸ ਅਸੀਂ ਪੂਰਾ ਭਰਨਾ, ਬਾਕੀ ਸਾਰੀਆਂ ਸਰਵਿਸਿਜ਼ ਲਈ ਅਸੀਂ ਸਭ ਕੁਝ ਦੇਣਾ। ਔਰ ਹੁਣ ਇੱਕ ਹੋਰ ਨਵੀਂ ਚੀਜ਼ ਸਾਡੇ ਉੱਤੇ ਥੋਪ ਦਿੱਤੀ ਗਈ ਹੈ ਔਰ ਇਹਦਾ ਰੂਰਲ ਏਰੀਆ ਤੇ ਕੋਈ ਫਰਕ ਨਹੀਂ ਪੈਣ ਲੱਗਾ, ਸ਼ਹਿਰੀ ਖੇਤਰ ਦੇ ਵਿੱਚ ਆਊਗਾ ਜਾਂ ਸਾਡੇ ਵਰਗੇ ਸੈਲਰੀਡ ਲੋਕਾਂ ਤੇ ਆਏਗਾ। ਇਸ ਪਾੜੇ ਨੂੰ ਖਤਮ ਕਰਨ ਲਈ ਕੁਝ ਹੋਰ ਵੀ ਸਕੀਮ ਹੋ ਸਕਦੀ ਸੀ, ਕਿਸੇ ਤਰ੍ਹਾਂ ਦਾ ਕੋਈ ਸੈਸ ਲਾਇਆ ਜਾ ਸਕਦਾ ਸੀ, ਜਾਂ ਸਾਰਿਆਂ ਦੇ ਵਿੱਚ ਜਿਹੜਾ 150 ਕਰੋੜ ਡਿਵੈਲਪ ਹੋ ਜੇ ਤਾਂ 1-1 ਰੁਪਈਆ ਸ਼ਾਇਦ ਹਿੱਸੇ ਆਂਦਾ। ਹਰਪ੍ਰੀਤ ਜੀ ਦੇਖੋ, ਪੰਜਾਬ ਇੱਕ ਐਗਰੀਕਲਚਰ ਸਟੇਟ ਆਪਾਂ ਸਾਰੇ ਜਾਣਦੇ ਹਾਂ, ਇਹਦੀ ਜਿਹੜੀ ਯੀਲਡ ਹੈ ਉਹ ਵਰਲਡ ਨੂੰ ਮੈਚ ਕਰਦੀ ਹੈ, ਪੂਰੀ ਕੰਟਰੀ ਨੂੰ ਇਹ ਸਟੇਟ ਜੋ ਹੈ ਫੂਡ ਵਾਸਤੇ ਫੀਡ ਕਰਦਾ ਹੈ। ਠੀਕ ਹੈ, ਤੇ ਅਸੀਂ ਜੇ ਆਪਣੀ ਇਸ ਫੀਲਡ ਦੇ ਅੰਦਰ ਹੀ ਐਗਰੀਕਲਚਰ ਨੂੰ ਥੋੜਾ ਸੁਧਾਰ ਲਈਏ, ਅਸੀਂ ਰੋਜ਼ ਪੜ੍ਹਦੇ ਹਾਂ ਕਿ ਸਾਡੀ ਪਲਿੰਥਾਂ ਉੱਤੇ ਕਿੰਨੇ ਟਨ ਅਨਾਜ ਸਾਡਾ ਬੇਕਾਰ ਜਾ ਰਿਹਾ ਹੈ, ਸੜ ਗਿਆ, ਅਸੀਂ ਉਹਨੂੰ ਯੂਟਿਲਾਈਜ਼ ਨਹੀਂ ਕਰ ਪਾ ਰਹੇ। ਜੇ ਤੁਸੀਂ ਉਹ ਪੂਰਾ ਐਸਟੀਮੇਟ ਲਗਾਈਏ ਤੇ ਮੈਂ ਉਹ ਕਹੂੰਗਾ ਕਿ ਜਿਹੜਾ 200 ਰੁਪਏ ਦਾ ਪ੍ਰੋਫੈਸ਼ਨਲ ਟੈਕਸ ਨਾਲ ਲਗਾਇਆ ਪਰ ਮੰਥ ਉਹ ਕੁਝ ਵੀ ਨਹੀਂ ਹੈ। ਸਾਡੇ ਆਪਣੇ ਜਿਹੜੇ ਅਵੇਲੇਬਲ ਸੋਰਸਿਸ ਆ ਅਸੀਂ ਉਹਨਾਂ ਨੂੰ ਥੋੜਾ ਮੈਨੇਜ ਕਰ ਲਈਏ, ਸਟ੍ਰੈਟਜੀਕਲੀ ਮੈਨੇਜਮੈਂਟ ਕਰ ਲਈਏ ਉਹਨਾਂ ਦੀ, ਔਰ ਉਹਦੇ ਤੇ ਇੱਕ ਥੋੜਾ ਡੂੰਘੇ ਉਹਦੇ ਜਾ ਕੇ ਜਿਹੜਾ ਵਿਚਾਰ ਵਿਮਰਸ਼ ਕਰ ਲਈਏ ਤਾਂ ਸਾਨੂੰ ਕਾਫੀ ਜਿਹੜੇ ਇਦਾਂ ਦੇ ਲੋਸਿਸ ਹੈ ਜਾਂ ਇਦਾਂ ਦੇ ਛੋਟੀ ਛੋਟੀ ਜਿਹਦੇ 'ਚ ਆਮਦਨੀ ਘੱਟ ਹੁੰਦੀ ਔਰ ਉਹਦਾ ਖਲੇਰਾ ਜ਼ਿਆਦਾ ਪੈ ਜਾਂਦਾ ਹੈ, ਉਹ ਕੰਮ ਖਤਮ ਹੋ ਜਾਏਗਾ ਜੇ ਅਸੀਂ ਸਿਰਫ ਔਰ ਸਿਰਫ ਆਪਣੀ ਐਗਰੀਕਲਚਰ ਨੂੰ ਸੁਧਾਰ ਲਈਏ। ਜਿਹੜਾ ਸਾਡਾ ਅਨਾਜ ਸੜ ਰਿਹਾ ਜਾਂ ਇਦਾਂ ਦੇ ਹੋਰ ਵੀ ਰਿਸੋਰਸਿਸ ਆਪਣੇ ਕੋਲ ਹੈਗੇ ਆ, ਉਹਨਾਂ ਨੂੰ ਅਸੀਂ ਹਜੇ ਤੱਕ ਸਰਕਾਰ ਦਾ ਕੋਈ ਧਿਆਨ ਨਹੀਂ ਉਸ ਪਾਸੇ, ਬਿਲਕੁਲ ਵੀ ਧਿਆਨ ਨਹੀਂ ਹੈਗਾ। ਸਾਡੀ ਮੈਨ ਪਾਵਰ ਅਨਯੂਟਿਲਾਈਜ਼ਡ ਹੈ, ਆਈਡਲ ਪੜੀ ਹੋਈ ਹੈ, ਉਹਦੀ ਆਪਾਂ ਪੂਰੇ ਪੋਟੈਂਸ਼ੀਅਲ ਨਾਲ ਕੰਮ ਨਹੀਂ ਲੈ ਪਾ ਰਹੇ। ਪੈਸਾ ਸਾਡਾ ਜਿਹੜਾ ਸਹੀ ਤਰੀਕੇ ਨਾਲ ਜਾਣਾ ਚਾਹੀਦਾ, ਜਿਹੜਾ ਸਾਡੇ ਕੋਲ ਫੰਡ ਆਂਦੇ ਵੀ ਹੈ ਉਹਨੂੰ ਵੀ ਅਸੀਂ ਪੂਰੇ ਅਜੀਬ ਤਰੀਕੇ ਨਾਲ ਯੂਟਿਲਾਈਜ਼ ਕਰਦੇ ਹਾਂ, ਉਹਨਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਹੋ ਰਹੀ ਹੈ। ਤਾਂ ਮੇਰਾ ਕਹਿੰਦਾ ਮਤਲਬ ਹੈ ਕਿ ਬਜਾਏ ਕਿ ਟੈਕਸਿਸ ਨੂੰ ਇੰਪੋਜ਼ ਕਰਨ ਦੇ ਔਰ ਇੱਕ ਨਾਰਾਜ਼ਗੀ ਲੋਕਾਂ ਤੋਂ ਲੈਣ ਦੇ, ਅਗਰ ਅਸੀਂ ਆਪਣੇ ਰਿਸੋਰਸਿਸ ਨੂੰ ਇੱਕ ਪ੍ਰੋਫੈਸ਼ਨਲ ਵੇ ਨਾਲ ਕਰ ਲਈਏ ਔਰ ਇੱਕ ਪੋਲੀਟੀਕਲ ਵਿਲ ਆਪਣੀ ਸਟਰੋਂਗ ਕਰ ਲਈਏ ਕਿ ਅਸੀਂ ਸੁਸਾਇਟੀ ਵਾਸਤੇ ਕੰਮ ਕਰਨਾ ਜਾਂ ਸਟੇਟ ਵਾਸਤੇ ਕੰਮ ਕਰਨਾ, ਤੇ ਇਹ ਸਭ ਕੁਝ ਕਰਨ ਦੀ ਸਾਨੂੰ ਜ਼ਰੂਰਤ ਹੀ ਨਹੀਂ ਹੈ। ਉਹਦੇ ਨਾਲ ਹੀ ਸ਼ਰਮਾ ਸਾਹਿਬ, ਜੇ ਅਸੀਂ ਕਰਪਸ਼ਨ ਨੂੰ ਬਿਲਕੁਲ ਥੱਲੇ ਲਿਆਈਏ, ਖਤਮ ਕਰ ਦਈਏ ਤਾਂ ਟੈਕਸ ਵਧਾਉ ਦੇ ਲੋਕਾਂ ਨੂੰ ਕੋਈ ਤੰਗੀ ਨਹੀਂ ਹੋਗੀ। ਉਹਨੂੰ ਪਤਾ ਹੈ ਕਿ ਜਿਹੜੀ ਕਰਪਸ਼ਨ ਹੈ ਜੇ ਉਹਨੂੰ ਅਦਾਲਤ ਵਿੱਚ ਜਾ ਕੇ ਉਹਦੇ ਅਗੇਂਸਟ ਕੁਝ ਕਰਦਾ ਤਾਂ ਬੜਾ ਟਾਈਮ ਲੱਗ ਜਾਂਦਾ, ਕਿਉਂਕਿ ਕੋਰਟ ਬਹੁਤ ਲੇਟ ਤੱਕ ਫੈਸਲੇ ਹੁੰਦੇ ਨੇ। ਤਾਂ ਜੇ ਉਹ ਥੋੜਾ ਮੋਟਾ ਕੰਮ ਕਰਾਉਂਦਾ ਆਪਣੇ ਸਰਕਾਰੀ ਅਦਾਲਤ 'ਚ ਜਾ ਕੇ, ਉਹ ਕਹਿੰਦਾ ਕਿ ਜੇ ਮੇਰੇ ਤੋਂ ਕੁਝ ਪੈਸਾ ਜੇਬ 'ਚ ਹੈਗਾ ਤਾਂ ਕੰਮ ਹੋ ਜਾਊਗਾ। ਪਰ ਜੇ ਉਹਨੂੰ ਪਤਾ ਕਿ ਟੈਕਸ ਦੇ ਕੇ ਕੰਮ ਆਰਾਮ ਨਾਲ ਹੋਣਾ, ਬਾਅਦ 'ਚ ਕੁਝ ਪੈਸੇ ਲੋੜ ਨਹੀਂ ਹੈਗੀ, ਇੱਥੇ ਇਮਾਨਦਾਰੀ ਨਾਲ ਕੰਮ ਹੋਣਾ ਹੈ, ਤਾਂ ਹਰੇਕ ਸ਼ਹਿਰੀ ਜਿਹੜਾ ਹੈਗਾ ਉਹ ਕਹੇਗਾ ਜਦ ਟੈਕਸ ਜ਼ਰੂਰ ਦਿਓ, ਸਰਕਾਰ ਬਹੁਤ ਚੰਗੀ ਆ। ਹੁਣ ਉਹ ਪੈਸਾ ਕਿਉਂ ਬਚਾ ਕੇ ਰੱਖਦਾ? ਉਹਨੂੰ ਲੱਗਦਾ ਕਿਤੇ ਨਾ ਕਿਤੇ ਮੈਂ ਕੰਮ ਕਰਨਾ ਹੈ ਤੇ ਮੈਨੂੰ ਚਾਹੀਦਾ ਪੈਸਾ। ਹਰੇਕ ਪਿੰਡੂ ਜਿਹੜਾ ਹੈਗਾ, ਕਿਸਾਨ ਹੈਗਾ, ਉਹ ਕੋਸ਼ਿਸ਼ ਕਰਦਾ ਹੈ ਕਿ ਮੇਰਾ ਬੱਚਾ ਬਾਹਰ ਚਲ ਜਾਵੇ। ਉਹ 10-10 ਲੱਖ ਰੁਪਏ ਇਕੱਠਾ ਕਰਦਾ, ਕਿੱਥੋਂ ਇਕੱਠਾ ਕਰਦਾ? ਉਹਨੂੰ ਲੱਗਦਾ ਵੀ ਕਿੱਥੇ ਹੈਗਾ, ਕਿਉਂਕਿ ਕਰਪਸ਼ਨ ਹੈਗੀ। ਉਹ ਕਰਪਸ਼ਨ ਜੇ ਉਹਨੂੰ ਪਤਾ ਕਿ ਪ੍ਰੋਪਰ ਤਰੀਕੇ ਨਾਲ ਜਾਣਾ ਹੈ। ਸਰ ਇੱਕ ਗੱਲ ਹੋਰ ਵੀ ਹੈਗੀ ਹੈ ਕਿ ਫੋਰ ਐਗਜ਼ਾਮਪਲ ਸਰਕਾਰ ਕਹਿੰਦੀ 200 ਰੁਪਏ ਲੈਣੇ ਆ, ਮੈਂ ਕਹਿੰਦਾ ਤੁਸੀਂ ਇਹਦੀ ਜਗ੍ਹਾ ਜੇ ਸਾਡੀ ਇੰਡਸਟਰੀ ਨੂੰ ਵਧਾਓ, ਮੈਂ ਅੱਜ 1000 ਰੁਪਏ ਖਰਚਦਾ, ਮੈਂ ਨੈਕਸਟ ਮੰਥ 1000 ਹੋਰ ਖਰਚਦਾ ਔਰ 12% GST ਹੈ ਤੇ 120 ਰੁਪਏ ਆਉਂਦਾ, 60 ਰੁਪਏ ਸਟੇਟ ਦੀ ਪਾਕਟ ਜਾਂਦਾ, 60 ਰੁਪਏ ਸੈਂਟਰਲ ਦੀ ਪਾਕਟ 'ਚ ਜਾਂਦਾ। ਤੁਸੀਂ ਮੇਰੀ ਕੰਜ਼ੰਪਸ਼ਨ ਵਧਾਓ, ਇੱਥੇ ਇੰਡਸਟਰੀ ਲਿਆਓ, ਆਪਣੇ ਆਪ ਤੁਹਾਨੂੰ ਤਾਂ 150 ਕਰੋੜ ਚਾਹੀਦਾ ਜਿੱਥੋਂ ਮਰਜ਼ੀ ਆਵੇ, ਉਹ ਤੁਸੀਂ ਕੰਜ਼ੰਪਸ਼ਨ ਵਧਾਓਗੇ, ਫੈਕਟਰੀਆਂ ਦੋਗੇ। ਸਾਡਾ ਹੁਣ ਕਿੰਨਾ ਸਾਰਾ ਲੈਂਡ ਇੰਨਾ ਮਹਿੰਗਾ ਹੋ ਗਿਆ ਹੈ ਕਿ ਫੈਕਟਰੀਜ਼ ਇੱਥੋਂ ਮੱਧ ਪ੍ਰਦੇਸ਼ ਜਾ ਕੇ ਸੈਟਅਪ ਹੋ ਗਈਆਂ ਨੇ, ਕਿੰਨੇ ਸਾਰੇ ਨੇ। ਅਲਟੀਮੇਟਲੀ ਮੰਨਿਆ ਕਿ ਅਸੀਂ ਐਗਰੀਕਲਚਰ ਸਟੇਟ ਔਰ ਫੂਡ ਬਾਉਲ ਹੈ ਕੰਟਰੀ ਦਾ, ਇਹ 'ਚ ਕੋਈ ਦਰਾਈ ਨਹੀਂ ਔਰ ਸਾਡੀ ਲੈਂਡ ਬੜੀ ਫਰਟਾਈਲ ਹੈ। ਸਰਕਾਰ ਚੰਡੋਕ ਸਾਹਿਬ, ਸਰਕਾਰ ਇਹ ਕਹਿੰਦੀ ਹੈ ਕਿ ਸਾਡੇ ਕੋਲ ਵਸੀਲੇ ਨਹੀਂ ਹੈ, ਇਹਨਾਂ ਸਭ ਦੇ ਲਈ ਇਨਵੈਸਟਮੈਂਟ ਤਾਂ ਰਹੇਗੀ ਨਾ ਇੱਕ ਤਰ੍ਹਾਂ ਦੀ। ਹੁਣ ਪ੍ਰਾਈਵੇਟ ਸੈਕਟਰ ਦੀ ਇਨਵੈਸਟਮੈਂਟ ਰਹੀ ਹੈ, ਹੁਣ ਤੁਹਾਡੇ ਕੋਲ ਆਣਾ ਹੀ ਆਣਾ ਕੁਛ ਨਾ ਕੁਛ। ਬਾਕੀ ਕਿਸੇ ਵੀ ਚੀਜ਼ ਦੇ ਲਈ ਉਹਨਾਂ ਨੂੰ ਪਹਿਲਾਂ ਖਰਚਾ ਕਰਨਾ ਪੈਣਾ, ਸਰਕਾਰ ਤਾਂ ਕਹਿੰਦੀ ਪੈਸਾ ਹੈ ਹੀ ਨਹੀਂ। ਸਰ ਮੇਰੇ ਖਿਆਲ ਨਾਲ ਜੇ ਤੁਸੀਂ ਪ੍ਰਾਈਵੇਟ ਸੈਕਟਰ ਨੂੰ ਪੂਰੀ ਤਰ੍ਹਾਂ ਇਨਵੋਲਵ ਕਰਦੇ ਹੋ ਤਾਂ ਤੁਹਾਡਾ ਖਰਚਾ ਕੀ ਹੈ ਇਹ ਸੋਚਣ ਵਾਲੀ। ਹੁਣ ਪੂਰਾ ਐਕਸਪ੍ਰੈਸਵੇ ਬਣਿਆ JP ਦਾ, ਉਹ ਗੱਲ ਮੈਂ ਨਹੀਂ ਜਾ ਰਿਹਾ ਕਿ ਉਹ ਕੰਪਨੀ ਅੱਜ ਹਾਲਤ ਉਹਦੀ ਖਸਤਾ, ਉਸ ਗੱਲ 'ਚ ਨਹੀਂ ਜਾ ਰਿਹਾ। ਪੂਰੀ ਦੀ ਪੂਰੀ ਸਰਕਾਰ ਨੇ ਥੋੜੀ ਬਣਾਈ ਹੈ ਜੀ ਉਹ ਰੋਡ, ਉਹ ਪ੍ਰਾਈਵੇਟ ਸੈਕਟਰ ਨੇ ਬਣਾਈ ਹੈ। ਸਾਨੂੰ ਜੇ ਪ੍ਰਾਈਵੇਟ ਸੈਕਟਰ 'ਚ ਤੁਸੀਂ ਪਾਰਟਿਸਿਪੇਸ਼ਨ ਵਧਾਓਗੇ, ਉਹਦੇ 'ਚ ਕੀ ਇਨਸੈਂਟਿਵ ਦਿੱਤਾ ਸਰਕਾਰ ਨੇ? ਤੁਸੀਂ ਉਹ ਦੇ ਕੇ ਦੇਖੋ। ਔਰ ਪ੍ਰਾਈਵੇਟ ਸੈਕਟਰ ਦਾ ਕੰਮ 4 ਸਾਲ ਨਹੀਂ ਲਾਂਦਾ,
ਉਹਨੂੰ ਜੇ ਦਿਖਦਾ ਵੀ ਪੈਸੇ ਬੰਦਾ ਉਹ ਤਾਂ 4 ਮਹੀਨੇ ਚ ਫੈਕਟਰੀ ਰਟ ਅਪ ਕਰ ਦਿੰਦਾ ਹੈ। ਠੀਕ ਹੈ। ਔਰ ਜੀ ਮੈਂ ਉੱਥੇ ਥੋੜਾ ਹੋਰ ਐਡ ਕਰਨਾ ਚਾਹੂੰਗਾ ਕਿ ਸਾਡੇ ਕੋਲ ਅਸੀਂ ਮੈਂ ਇੱਕ ਐਗਜ਼ਾਮਪਲ ਲੈ ਕੇ ਗੱਲ ਕਰਾਂ ਤੁਹਾਡੇ ਨਾਲ, ਮਾਈਨਿੰਗ ਵਿੱਚ ਅਸੀਂ ਰੋਜ਼ ਦੇਖਦੇ ਹਾਂ ਕੋਈ ਨਾ ਕੋਈ ਵਖੇੜਾ ਖੜਾ ਹੋਇਆ ਹੁੰਦਾ, ਮਾਈਨਿੰਗ 'ਚ ਪੂਰਾ ਮਾਫੀਆ ਰਾਜ ਕਰ ਰਿਹਾ ਹੈ। ਅਸੀਂ ਅਗਰ ਮਾਈਨਿੰਗ ਨੂੰ ਹੀ ਰੈਗੂਲਰਾਈਜ਼ ਕਰ ਲਈਏ ਤਾਂ ਸਾਡੇ ਰਿਸੋਰਸਿਸ ਆਪਣੇ ਬਣ ਜਾਂਦੇ ਆ। ਪੰਜਾਬ ਦੇ ਅੰਦਰ ਇੰਨੀ ਕੰਸਟਰਕਸ਼ਨ ਐਕਟੀਵਿਟੀ ਚੱਲ ਰਹੀ ਹੈ, ਅਰਬਨ ਏਰੀਆ 'ਚ ਪੂਰਾ ਕੰਸਟਰਕਸ਼ਨ ਹੋ ਰਿਹਾ ਹੈ, ਤੇ ਜੇ ਅਸੀਂ ਮਾਈਨਿੰਗ ਵਿੱਚ ਹੀ ਰੈਵਨਿਊ ਜਦ ਗਵਰਨਮੈਂਟ ਇੱਕ ਬੜੇ ਛੋਟੇ ਜਿਹੇ ਅਮਾਉਂਟ ਵਾਸਤੇ ਉਹਨਾਂ ਨੂੰ ਰਾਇਲਟੀ ਤੇ ਦੇ ਦਿੰਦੀ ਹੈ, ਗਵਰਨਮੈਂਟ ਕਿਉਂ ਨਹੀਂ ਖੁਦ ਹੀ ਉਸ ਚੀਜ਼ ਨੂੰ ਰੈਗੂਲਾਈਜ਼ ਕਰਦੀ? और वसीले तुसी बनाओ तो बथेरे मिल जाएंगे। Naturally। जे सिर्फ टैक्स बारे ही सोचना तो सिर्फ टैक्स ही नजर आएगा। बहुत बहुत धन्यवाद सारे मेहमानों का इस विचार चर्चा च बने रहने के लिए। सो सरकार जो तर्क देंदी है कि वसीले नहीं ने और वसीले जनरेट करने के लिए अजिहे टैक्स लगाए जाने ने, तो माहरां ने वसीले सरकार के सामने रख दिते ने, उसनूं अपनाना ना अपनाना सरकार की जिम्मेवारी है। देश दुनिया की बाकी खबरों लिए बने रहो PTC न्यूज़ दे नाल। धन्यवाद।